ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਨਿਸ਼ਾਨ ਸਹੋਤਾ। ਤੁਸੀਂ ਦੇਖ ਰਹੇ GDS ਪੰਜਾਬ ਨਿਊਜ਼। GDS ਪੰਜਾਬ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ। ਤੁਹਾਨੂੰ ਪਤਾ ਹੈ ਕਿ ਸਾਡੀ ਟੀਮ GDS ਦੀ ਨਵੇਂ ਮੁੱਦਿਆਂ ਤੇ ਚਰਚਾ ਕਰਨ ਲਈ ਤੁਹਾਡੇ ਸਾਹਮਣੇ ਆਉਂਦੀ ਹੈ ਤੇ ਨਵੀਆਂ ਮਹਾਨ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਾਉਂਦੀ ਹੈ। ਅੱਜ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਭਾਈ ਪਰਮਜੀਤ ਸਿੰਘ ਜੀ, ਜਿਹੜੇ ਕਿ ਪੰਜਾਬ ਦੇ ਪ੍ਰਧਾਨ ਨੇ ਲੋਕ ਇਨਸਾਫ ਸੰਘਰਸ਼ ਸੁਸਾਇਟੀ ਦੇ। ਅੱਜ ਉਹਨਾਂ ਨਾਲ ਗੱਲ ਕਰਾਂਗੇ ਕਿ ਆਮ ਆਦਮੀ ਪਾਰਟੀ ਨੇ ਜਦੋਂ ਸੱਤਾ ਦੇ ਵਿੱਚ ਆਉਣਾ ਸੀਗਾ ਤੇ ਕੀ ਵਾਅਦੇ ਕੀਤੇ ਨੇ, ਕਿੰਨੇ ਹੋਏ ਨੇ ਪੂਰੇ ਤੇ ਕਿੰਨੇ ਰਹੇ ਨੇ ਅਧੂਰੇ। ਪਹਿਲਾਂ ਅਸੀਂ ਭਾਈ ਪਰਮਜੀਤ ਸਿੰਘ ਜੀ ਨਾਲ ਫਤਿਹ ਦੀ ਸਾਂਝ ਪਾਵਾਂਗੇ। ਭਾਈ ਪਰਮਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ GDS ਪੰਜਾਬ ਨਿਊਜ਼ ਚੈਨਲ ਦੀ ਆਪ ਜੀ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਦਾਸ ਨੂੰ ਜਨਤਾ ਦੇ ਸਾਹਮਣੇ ਰੂਬਰੂ ਹੋਣ ਦਾ ਇਹ ਅੱਜ ਦਾ ਅਵਸਰ ਦਿੱਤਾ ਹੈ। ਸੋ ਬਹੁਤ ਆਪ ਜੀ ਦਾ ਧੰਨਵਾਦ। ਸਾਡੀ ਟੀਮ ਵੱਲੋਂ ਵੀ ਸਾਡੇ ਸਟੂਡੀਓ ਵਿੱਚ ਪਹੁੰਚਣ ਤੇ ਤੁਹਾਡਾ ਬਹੁਤ ਦਿਲੋਂ ਧੰਨਵਾਦ। ਜੀ ਆਇਆਂ ਨੂੰ ਕਹਿੰਦੇ ਹਾਂ ਅਸੀਂ ਆਪਣੀ GDS ਟੀਮ ਵੱਲੋਂ। ਅੱਜ ਅਸੀਂ ਗੱਲ ਕਰ ਰਹੇ ਹਾਂ ਆਮ ਆਦਮੀ ਪਾਰਟੀ ਦੀ। ਆਮ ਆਦਮੀ ਪਾਰਟੀ ਨੂੰ ਜਦੋਂ ਸੱਤਾ ਦੇ ਵਿੱਚ ਆਉਣਾ ਸੀਗਾ ਤੇ ਉਹਨਾਂ ਨੇ ਕਈ ਤਰ੍ਹਾਂ ਦੇ ਵਾਅਦੇ ਕੀਤੇ ਸੀਗੇ ਕਿ ਦੋ ਪਾਰਟੀਆਂ ਜਿਹੜੀਆਂ ਰਵਾਇਤੀ ਸੀਗੀਆਂ, ਨਾਂ ਲਿਆ ਜਾਵੇ ਕਾਂਗਰਸ ਤੇ ਅਕਾਲੀ, ਜਿਨ੍ਹਾਂ ਨੇ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਰਾਜ ਕੀਤਾ। ਉਹਨਾਂ ਤੋਂ ਬਾਅਦ ਪਹਿਲੀ ਵਾਰੀ ਪੂਰੇ ਬਹੁਮਤ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਤੇ ਲੋਕਾਂ ਨੇ ਪੂਰਾ ਦਿਲੋਂ ਹੁੰਗਾਰਾ ਭਰਿਆ। ਕਿਸ ਹੱਦ ਤੱਕ ਤੁਸੀਂ ਸਮਝਦੇ ਜੇ ਕਿ ਇਹਨਾਂ ਨੂੰ ਐਡੀ ਵੱਡੀ ਜਿੱਤ ਕਰਾਉਣ ਤੋਂ ਬਾਅਦ ਕਿੰਨਾ ਕੁ ਇਹ ਲੋਕਾਂ ਦੇ ਵਾਅਦੇ ਪੂਰੇ ਕਰ ਰਹੇ ਨੇ ਤੇ ਕਿੰਨਾ ਕੁ ਨਹੀਂ ਕਰ ਰਹੇ? ਦੇਖੋ ਜੀ, ਇਹ ਜੋ ਸਵਾਲ ਸੀ ਕਿ ਬਦਲਾਵ ਆਵੇਗਾ, ਬਦਲਾਵ ਜਿਹੜਾ ਵਾ ਮੇਰੇ ਖਿਆਲ ਦੇ ਵਿੱਚ ਤਾਂ ਕੋਈ ਜ਼ਿਆਦਾ ਬਦਲਾਵ ਹੋਇਆ ਨਹੀਂ, ਨਾ ਹੀ ਕੋਈ ਨਜ਼ਰ ਆ ਰਿਹਾ ਵਾ। ਕਿਉਂਕਿ ਬਦਲਾਵ ਆਉਂਦੇ ਨੇ ਹਿਰਦੇ ਬਦਲ ਕੇ, ਸੋਚ ਬਦਲ ਕੇ। ਜੋ ਕੱਲ ਰਵਾਇਤੀ ਪਾਰਟੀਆਂ ਦੇ ਵਿੱਚ ਚੌਧਰ ਕਰ ਰਹੇ ਸਨ, ਉਹੋ ਹੀ ਹੁਣ ਕਾਬਜ ਨੇ ਤੇ ਕੁਝ ਜ਼ਰੂਰ ਨਵੇਂ ਚਿਹਰੇ ਸੱਤਾ ਦੇ ਵਿੱਚ ਆ ਗਏ ਨੇ, ਪਰ ਬਦਲਾਵ ਜਿਹੜਾ ਵਾ ਉਹ ਕਿਤੇ ਜ਼ਿਆਦਾ ਨਜ਼ਰ ਨਹੀਂ ਆ ਰਿਹਾ। ਜੋ ਗਰੀਬ ਜੀਵਨ ਹੈ ਉਹ ਉਸੇ ਤਰ੍ਹਾਂ ਹੀ ਪ੍ਰਭਾਵਿਤ ਹੋਇਆ ਪਿਆ। ਮੈਂ ਇੱਥੇ ਇੱਕ ਗੱਲ ਆਪ ਜੀਆਂ ਨੂੰ ਦੇ ਚੈਨਲ ਦੇ ਥਰੂ ਕਹਿੰਦਾ ਜਾਵਾਂ ਕਿ ਦੇਖੋ, ਗਰੀਬ ਵਰਗ ਤੋਂ ਭਾਵ ਕੋਈ ਇੱਕ ਜਾਤੀ, ਇੱਕ ਧਰਮ ਜਾਂ ਇੱਕ ਕੋਈ ਸਮਾਜ, ਖਾਸ ਸਮਾਜ ਨਹੀਂ ਹੈ। ਜੋ ਵੀ ਵਿਅਕਤੀ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ, ਆਰਥਿਕ ਤੰਗੀ ਦੇ ਵਿੱਚ ਜੀਵਨ ਗੁਜ਼ਾਰ ਰਿਹਾ ਹੈ, ਚਾਹੇ ਉਹ ਕਿਸੇ ਵੀ ਧਰਮ ਦਾ, ਕਿਸੇ ਜਾਤੀ ਦਾ ਹੈ, ਕਿਸੇ ਸਮਾਜ ਦਾ ਹੈ, ਉਹ ਗਰੀਬ ਵਰਗ ਦੇ ਵਿੱਚ ਹੀ ਗਿਣਿਆ ਜਾਵੇਗਾ। ਕਿਉਂਕਿ ਜਦੋਂ ਵੀਡੀਓ ਚੱਲੇ ਤੇ ਕਈ ਲੋਕ ਜਿਹੜੇ ਨੇ ਉਹ ਬਿਨ ਸੋਚੇ ਸਮਝੇ, ਬਿਨ ਦੇਖੇ ਅਗਲੀ ਗੱਲ ਉਹ ਕਮੈਂਟ ਮਾਰੀ ਜਾਂਦੇ ਹੁੰਦੇ ਵੀ ਇੱਕ ਜਾਤੀ ਦੀ, ਇੱਕ ਸਮਾਜ ਦੀ ਗੱਲ ਕਰਦਾ ਵਾ, ਪਰ ਐਸਾ ਕੁਝ ਨਹੀਂ ਹੈ। ਅੱਜ ਗੱਲ ਜਿਹੜੀ ਹੈ, ਅਸੀਂ ਮਨੁੱਖ ਹੈ ਤੇ ਮਨੁੱਖਤਾ ਦੇ ਤੌਰ ਤੇ ਸਾਨੂੰ ਸਾਂਝੇ ਸਾਰਿਆਂ ਦੀ ਗੱਲ ਕਰਨੀ ਚਾਹੀਦੀ ਹੈ। ਕਿਹੋ ਜਿਹਾ ਬਦਲਾਵ ਪਬਲਿਕ ਚਾਹੁੰਦੀ ਸੀ? ਜਨਤਾ ਵੈਸੇ ਤੇ ਇਹ ਲੋਕਾਂ ਦਾ ਨਾਰਾ ਸੀਗਾ, ਹਰ ਵਕਤ ਸੀਗਾ ਬਦਲਾਵ, ਪਰ ਕਿਹੋ ਜਿਹਾ ਬਦਲਾਵ ਚਾਹੁੰਦੀ ਸੀ? ਬਦਲਾਵ ਤੇ ਕਈ ਤਰ੍ਹਾਂ ਦਾ, ਜੇ ਵੇਖਿਆ ਜਾਵੇ ਤਾਂ ਜੋ ਕੱਲ ਵੀ ਕੰਮ ਸੀ ਉਸੇ ਤਰ੍ਹਾਂ ਹੀ ਅੱਜ ਦਫ਼ਤਰਾਂ ਦੇ ਵਿੱਚ ਹੁੰਦੇ ਨੇ। ਜੋ ਆਮ ਆਦਮੀ ਆ ਉਹ ਉਸੇ ਤਰ੍ਹਾਂ ਅਧੂਰਾ ਖੜਿਆ, ਉਹਦੀ ਕਿਤੇ ਵੀ ਸੁਣਾਈ ਨਹੀਂ ਆ, ਚਾਹੇ ਉਹ ਕਿਸ ਤਰ੍ਹਾਂ ਵੀ ਚੱਲ ਜੀਏ। ਕੱਲ ਹੀ ਉਹਨਾਂ ਦਾ ਹਾਲਾਤ ਉਹ ਹਾਲਾਤ ਅੱਜ ਬਣੇ ਪਏ ਨੇ। ਨਾ ਦਫ਼ਤਰਾਂ ਦੇ ਵਿੱਚ ਸੁਣਾਈ ਆ, ਨਾ ਕੋਈ ਉਹਨਾਂ ਨੂੰ ਕੋਈ ਪੁੱਛਦਾ ਵਾ। ਜੇ ਕੋਈ ਸਰਕਾਰਾਂ ਦੁਆਰਾ ਕਈ ਸੁੱਖ ਸਹੂਲਤਾਂ ਜਾਰੀ ਕਰ ਦਿੱਤੀਆਂ ਜਾਂਦੀਆਂ, ਉਹਨਾਂ ਦਾ ਉਹਨਾਂ ਨੂੰ ਕੋਈ ਲਾਭ ਪ੍ਰਾਪਤ ਨਹੀਂ ਆ। ਬਦਲਾਵ ਕਿਹੜੀ ਚੀਜ਼ ਦਾ ਬਦਲਾਵ ਹੈ? ਜਿਹੜੀ ਸੁੱਖ ਸਹੂਲਤਾਂ ਸਰਕਾਰ ਵੱਲੋਂ ਤੇ ਦੇ ਦਿੱਤੀਆਂ ਜਾਂਦੀਆਂ, ਉਹ ਕਿਹੜੀ ਜਗ੍ਹਾ ਜਿੱਥੇ ਸਹੂਲਤਾਂ ਰਹਿ ਜਾਂਦੀਆਂ ਤੇ ਕਿਉਂ ਨਹੀਂ ਮਿਲਦੀਆਂ ਗਰੀਬਾਂ ਨੂੰ? ਦੇਖੋ ਜੀ, ਕੋਈ ਵੀ ਸਰਕਾਰ ਆਉਂਦੀ ਆ ਉਹ ਆਪਣੇ ਜਿਹੜੇ ਆ ਮੋਹਤਵਾਰ ਬਣਾ ਕੇ ਅੱਗੇ ਲਾ ਦਿੰਦੇ ਆ। ਹੁਣ ਅੱਗੇ ਕੀ ਹੁੰਦਾ ਵਾ ਕਿ ਉਹ ਪਾਰਟੀਬਾਜ਼ੀ ਨੇ ਚੱਲਦੇ ਆ ਵੀ ਕਿਹਦਾ ਕੰਮ ਕਰਨਾ ਕਿਹਦਾ ਨਹੀਂ। ਇੱਕ ਤੇ ਟਾਈਮ ਨਹੀਂ ਕੱਢਣਾ, ਦੂਜਾ ਉਹਨਾਂ ਨੂੰ ਜਾਣਕਾਰੀ ਨਹੀਂ ਉਨੀ। ਫਿਰ ਉਹ ਆਪਣੇ ਖਾਸ ਵਿਅਕਤੀਆਂ ਨੂੰ ਕਰਦੇ, ਸਿਰਫ ਆਪਣਾ ਆਪ ਜੋੜਨ ਵਾਲੀ ਗੱਲ ਕਿਹਾ ਜਾਵੇ ਤੇ ਆਪਣੇ ਆਪ ਨੂੰ ਜੋੜਨ ਦੀ ਗੱਲ ਕਰਦੇ ਨੇ, ਪਰ ਗਰੀਬ ਵਰਗ ਨੂੰ ਉਹਦਾ ਕੋਈ ਲਾਭ ਪ੍ਰਾਪਤ ਨਹੀਂ ਹੁੰਦਾ। ਕਈ ਸਰਕਾਰਾਂ ਜਿਹੜੀਆਂ ਵਾ ਉਹ ਵਾਅਦੇ ਕਰ ਲੈਂਦੀਆਂ ਵਾ ਵੋਟਾਂ ਦਾ ਕਰਕੇ, ਪਰ ਹੁੰਦੇ ਤਾਂ ਨਹੀਂ ਗੇ ਪੂਰੇ, ਕਿਉਂਕਿ ਅੱਗੇ ਉਹਨਾਂ 'ਤੇ ਧਿਆਨ ਹੀ ਨਹੀਂ ਦਿੱਤਾ ਜਾਂਦਾ, ਉਹ ਵਾਂਝੇ ਰਹਿ ਜਾਂਦੇ ਨੇ। ਤੁਹਾਨੂੰ ਲੱਗਦਾ ਨਹੀਂ ਇੱਥੇ ਕਿਤੇ ਕਿ ਜਨਤਾ ਦੀ ਵੀ ਇੱਥੇ ਘਾਟ ਆ ਕਿ ਜਨਤਾ ਨੂੰ ਆਪਣੇ ਜਿਹੜੇ ਕੰਮ ਲੈਣੇ ਆਉਂਦੇ ਹੀ ਨਹੀਂ? ਬਿਲਕੁਲ ਇਹ ਗੱਲ ਸੱਚ ਹੈ, ਇਹਦੇ 'ਚ ਕੋਈ ਦੋ ਰਾਇ ਨਹੀਂ ਗਾ। ਪਬਲਿਕ ਵੀ ਅਧੂਰੀ ਆ ਬਹੁਤ ਸਾਰੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਗੱਲ ਕਹੀ ਕਿ ਪ੍ਰਜਾ ਅੰਧੀ ਗਿਆਨ ਬਿਨ
ਕੂੜ ਸੱਤ ਮੁੱਖੋਂ ਲਾਹੀ। ਇੱਕ ਇਸ ਸਮੇਂ ਇਹ ਗੱਲ ਕਹੀ ਸੀ ਕਿ ਪ੍ਰਜਾ ਵੀ ਜਿਹੜੀ ਉਹ ਗਿਆਨ ਤੋਂ ਸੱਖਣੀ ਆ, ਉਹਨੂੰ ਪਤਾ ਹੀ ਨਹੀਂਗਾ ਆਪਣੇ ਪਰਮਾਰਥ ਸਕਾਰਤ ਦਾ। ਇਹ ਕਰਕੇ ਵੀ ਇਹ ਬਹੁਤ ਵੱਡੀ ਘਾਟ ਆ। ਉਹਨੀਆਂ ਸਰਕਾਰਾਂ ਵੀ ਜੇ ਕਿਹਾ ਜਾਵੇ ਤਾਂ ਦੋਸ਼ੀ ਨਹੀਂ, ਕਿਉਂਕਿ ਆਪ ਨੂੰ ਵੀ ਕੁਝ ਪਤਾ ਨਹੀਂਗਾ ਵੀ ਸਾਡੇ ਹੱਕ ਕੀ ਆ, ਕੀ ਰਾਈਟ ਆ, ਅਸੀਂ ਕੀ ਕਰਨਾ ਕੀ ਨਹੀਂ ਕਰਨਾ। ਅੰਧੇ ਸੂਏ ਭੱਜੇ ਫਿਰਦੇ ਨੇ ਲੋਕ। ਆਪਾਂ ਜਿਸ ਤਰ੍ਹਾਂ ਬਿਲਕੁਲ ਤੁਹਾਡੀ ਸਹੀ ਗੱਲ ਹੈ ਕਿ ਆਪਾਂ ਸਰਕਾਰ ਦਾ ਦੋਸ਼ ਕੱਢੀ ਜੀ, ਸਰਕਾਰ ਅਨੇਕਾਂ ਸਹੂਲਤਾਂ ਜਿਹੜੀਆਂ ਸਰਕਾਰ ਮਿਲ ਕੇ ਵੀ ਆਪਣੇ ਦਿੰਦੀ ਆ, ਪਰ ਉੱਥੇ ਕੀ ਹੁੰਦਾ ਵਾ ਕਿ ਆਮ ਜਨਤਾ ਨੂੰ ਇਹਨਾਂ ਬਾਰੇ ਪਤਾ ਨਹੀਂ। ਕੀ ਤੁਹਾਨੂੰ ਲੱਗਦਾ ਕਿ ਸਰਕਾਰ ਨੂੰ ਦੁਨੀਆ ਨੂੰ ਅਵੇਅਰ ਕਰਨ ਵਾਸਤੇ ਵੀ ਕੁਝ ਕਰਨਾ ਚਾਹੀਦਾ? ਬਿਲਕੁਲ ਜੀ, ਇਹ ਗੱਲ ਪੱਕੀ ਆ, ਕਿਉਂਕਿ ਜੋ ਸਹੂਲਤਾਂ ਦਿੱਤੀਆਂ ਜਾਂਦੀਆਂ, ਜੋ ਗਰੀਬ ਜੀਵਨ ਆ, ਚਾਹੇ ਉਹ ਬਹੁਤ ਸਾਰਾ ਗਰੀਬੀ ਦੇ ਵਿੱਚ ਉਹਨਾਂ ਨੂੰ ਪਤਾ ਹੀ ਨਹੀਂਗਾ ਪਿੰਡਾਂ ਦੇ ਵਿੱਚ ਵੀ ਕੀ ਆ ਕੀ ਨਹੀਂ ਸਾਡੇ ਵਾਸਤੇ ਜਾਰੀ ਹੋਇਆ। ਇਹਦੇ ਵਾਸਤੇ ਸੈਮੀਨਾਰ ਲਾਉਣੇ ਚਾਹੀਦੇ ਨੇ, ਸੈਮੀਨਾਰ ਲਾ ਕੇ ਤੇ ਉਹਦੇ ਵਿੱਚ ਅਵੇਅਰ ਕਰਨਾ ਚਾਹੀਦਾ। ਪਰ ਹੁਣ ਮੈਂ ਇੱਥੇ ਇੱਕ ਧਿਆਨ ਇਹ ਵੀ ਦਿਵਾਉਂਦਾ ਜਾਵਾਂ ਆਪ ਜੀਆਂ ਦਾ ਕਿ ਸਰਬੱਤ ਵਿਕਾਸ ਯੋਜਨਾ ਦੇ ਸੈਮੀਨਾਰ ਬਹੁਤ ਲੱਗੇ ਕਾਂਗਰਸ ਸਰਕਾਰ ਦੇ ਟਾਈਮ ਤੇ ਪਹਿਲਾਂ ਵੀ ਲੱਗੇ, ਪਰ ਉਹਦੇ ਵਿੱਚ ਹੋਇਆ ਕਿ ਲੋਕਾਂ ਦੇ ਫਾਰਮ ਭਰਵਾਏ ਗਏ ਤੇ ਲੋਕ ਘਰ ਨਹੀਂ ਗਏ, ਉਹ ਰੱਦੀ 'ਚ ਆ। ਅੱਜ ਵੀ ਕਿਤੇ ਵੀ ਤੁਸੀਂ ਬਲਾਕ ਨੂੰ RTI ਨਾਲ ਪੁੱਛ ਲਓ ਵੀ ਕਿੰਨੇ ਫਾਰਮ ਅੱਜ ਤੱਕ ਆਏ ਆ, ਕੋਈ ਉਹਨਾਂ ਕੋਲ ਜਵਾਬ ਨਹੀਂਗਾ। ਕਿਉਂ? ਉਹ ਬਸ ਰੱਦੀ ਦੇ ਵਿੱਚ ਚਲ ਗਏ। ਕਿਉਂ? ਜਦੋਂ ਕਿਸੇ ਨੂੰ ਰਜਿਸਟਰ ਨੰਬਰ ਹੀ ਨਹੀਂ ਦੇਣਾ, ਉਹ ਬਸ ਸਿਰਫ ਗੈਦਰਿੰਗ ਕੀਤੀ, ਲੋਕਾਂ ਨੂੰ ਯੂਜ਼ ਕੀਤਾ ਗਿਆ ਵੀ ਤੁਹਾਨੂੰ ਆਹ ਚੀਜ਼ ਮਿਲਣੀ ਆ, ਉਹ ਮਿਲਣੀ ਆ, ਲੋਕ ਭੀੜ ਇਕੱਠੀ ਹੋ ਗਈ। ਪਰ ਬਾਅਦ ਵਿੱਚ ਕੀ ਆ, ਉਹ ਉਸੇ ਤਰ੍ਹਾਂ ਵਿਲਕਦੇ ਰਹਿ ਗਏ। ਕਿਹੜੀ ਯੋਜਨਾਵਾਂ ਜਿਹਦਾ ਉਹਨਾਂ ਨੂੰ ਲਾਭ ਪ੍ਰਾਪਤ ਹੋਇਆ? ਗੱਲ ਕਰੀਏ ਇਸ ਵਕਤ ਮੌਜੂਦਾ ਸਰਕਾਰ ਦੀ, ਤਾਂ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਆਇਆ ਕਰੀਬ 4 ਮਹੀਨੇ ਹੋਏ ਨੇ। 4 ਮਹੀਨਿਆਂ ਦੇ ਵਿੱਚ ਉਹ ਕਿੰਨਾ ਕੁ ਕਰ ਸਕਦੀ ਤੇ ਗਰੀਬਾਂ ਨੂੰ ਕੀ ਦੇ ਸਕਦੀ? ਜਿੰਨਾ ਵੀ ਹੋ ਸਕਿਆ ਉਹਨਾਂ ਨੇ ਦਿੱਤਾ ਹੈ। ਇਸ ਵਕਤ ਜਿਹੜੀ ਗੱਲ ਕਰਦੇ ਹਾਂ ਆਪਾਂ ਕਿ ਪੁਰਾਣੀਆਂ ਜਿਹੜੀਆਂ ਰਵਾਇਤੀ ਹੈਗੀਆਂ ਸੀਗੀਆਂ ਪਾਰਟੀਆਂ, ਉਹਨਾਂ ਦੀ ਵੀ ਕਿ ਉਹਨਾਂ ਨੇ ਵੀ ਕੀ ਇਹ ਚਾਹਿਆ ਸੀ ਜਨਤਾ ਨੂੰ ਅਵੇਅਰ ਕਰਨਾ, ਉਹਨਾਂ ਨੇ ਕੀਤਾ ਜਾਂ ਨਹੀਂ ਕੀਤਾ? ਕਿਤੇ ਅਵੇਅਰ ਨਹੀਂ ਹੋਇਆ ਤੇ ਨਾ ਹੀ ਹੋਣਾ ਵਾ। ਕਿਉਂ ਨਹੀਂ ਹੋਣਾ? ਕਿਉਂਕਿ ਮੈਂ ਪਹਿਲਾਂ ਹੀ ਇਹ ਗੱਲ ਕਹਿ ਚੁੱਕਾ ਵਾਂ ਕਿ ਹਿਰਦੇ ਬਦਲ ਕੇ, ਸੋਚ ਚੰਗੀ ਬਦਲ ਕਰਕੇ ਫਿਰ ਇਹ ਬਦਲਾਵ ਆਵੇਗਾ, ਫਿਰ ਅਵੇਅਰ ਹੋਣਗੇ। ਹੁਣ ਜਿਹੜੇ ਬਾਤ ਤੁਸੀਂ ਗੱਲ ਕਰਦੇ ਵੀ 4 ਮਹੀਨੇ ਹੋ ਗਏ, 4 ਮਹੀਨੇ ਕੋਈ ਥੋੜੀ ਨਹੀਂ ਗਏ। ਗਰੀਬ ਜਿਹੜੇ ਆ ਉਹ ਉਸੇ ਤਰ੍ਹਾਂ ਹੀ ਵਿਲਕ ਰਹੇ ਨੇ। ਉਹਨਾਂ ਨੂੰ ਤੇ ਜਿਹੜੀਆਂ ਆਮ ਜੋ ਸੁੱਖ ਸਹੂਲਤਾਂ ਪਹਿਲੀਆਂ ਸਰਕਾਰਾਂ ਨੇ ਜਾਰੀ ਕੀਤੀਆਂ ਵਾ ਉਹ ਵੀ ਨਹੀਂ ਪ੍ਰਾਪਤ ਹੋ ਰਹੀਆਂ। ਸਿਰਫ ਕੀ ਆਪਾਂ ਬਦਲਾਵ ਦੇ ਨਾਮ ਦੇ ਉੱਤੇ ਪਿੰਡਾਂ ਦੇ ਵਿੱਚ ਸਰਪੰਚ ਬਦਲ ਕੇ ਤੇ ਦੂਜੇ ਪ੍ਰਬੰਧਕ ਲਾਤੇ ਜਾਂ ਆਪਾਂ ਹੋਰ ਕੁਝ ਕਰ ਦਿੱਤਾ, ਤੇ ਉਹਨਾਂ ਦਾ ਕੀ ਬੈਨੀਫਿਟ ਜੇ ਉਹਨੇ ਕੋਈ ਕੰਮ ਉਹ ਕੀਤਾ? ਤੇ ਗਾੜੀ ਬਦਲਾਵ ਤੇ ਤਾਂ ਮੰਨਿਆ ਜਾਵੇਗਾ ਨਾ ਜੇਕਰ ਉਹ ਕੋਈ ਕੰਮ ਸਹੀ ਹੋ ਰਿਹਾ ਵਾ, ਅਗਲੇ ਬੰਨੇ ਕੋਈ ਗਰੀਬਾਂ ਦੀ ਸਾਰ ਆ ਲਈ ਜਾ ਰਹੀ। ਆਮ ਲੋਕ ਜਿਹੜੇ ਆ ਗਰੀਬੀ ਜੀਵਨ ਆ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਚੁੱਕਾ ਵਾ। ਥੱਲੇ ਇਹਦੇ ਵੱਲ ਧਿਆਨ ਦੇਣ ਦੀ ਲੋੜ ਆ, ਅੱਜ ਬਹੁਤ ਜ਼ਿਆਦਾ ਇਹਦੇ ਵੱਲ ਸੋਚਣ ਦੀ ਲੋੜ ਆ, ਕਿਉਂਕਿ ਲੋਕ ਬੇਘਰੇ ਨੇ। ਤੁਸੀਂ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਦੇ ਕਿਸੇ ਵੀ ਪਿੰਡ ਦੇ ਵਿੱਚ ਚੱਲ ਜਾਓ, ਉੱਥੇ ਜਿਹੜੇ ਲੋਕ ਨੇ ਉਹ ਕਈ ਜਿਹੜੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਬੇਘਰੇ ਨੇ। ਕਈਆਂ ਦੇ ਘਰਾਂ ਦੀਆਂ ਛੱਤਾਂ ਹੀ ਨਹੀਂ ਹੈਗੀਆਂ। ਆਹ ਹੁਣ ਬਾਰਿਸ਼ ਸ਼ੁਰੂ ਹੋ ਗਈ ਆ ਤੇ ਕਈਆਂ ਦੇ ਘਰ ਡਿੱਗ ਚੁੱਕੇ ਨੇ ਤੇ ਕਈਆਂ ਦੇ ਗਾੜੀ ਡਿੱਗ ਜਾਣੇ ਨੇ ਜਦੋਂ ਬਾਰਿਸ਼ ਜ਼ਿਆਦਾ ਸ਼ੁਰੂ ਹੋਈਆਂ। ਤੇ ਕੀ ਬਦਲਾਵ ਕਾਹਦਾ ਵਾ ਮੈਨੂੰ ਸਮਝ ਨਹੀਂ ਆਉਂਦੀ। ਅੱਜ 74 ਸਾਲ 74 ਸਾਲ ਹੋ ਗਏ ਦੇਸ਼ ਆਜ਼ਾਦ ਹੋਏ, ਵਿਕਾਸ ਕਾਹਦੇ ਹੋਏ ਆ? ਇਹਦੇ ਵਾਸਤੇ ਜਿਹੜਾ ਵਾ ਦਫ਼ਤਰਾਂ ਨੂੰ ਜਿਹੜੇ ਖਾਸ ਕਰਕੇ ਜੋ ਜ਼ਿੰਮੇਵਾਰ ਅਧਿਕਾਰੀ ਬੈਠੇ ਨੇ, ਜਿਨ੍ਹਾਂ ਨੇ ਮੈਨੇਜਮੈਂਟ ਵੇਖਣਾ ਸਾਰਾ, ਉਹ ਇਹਨਾਂ ਵੱਲ ਤਰਜੀਹ ਦੇਣ। ਪਰ ਉੱਥੇ ਦਰਖਾਸਤ ਦਿੱਤੀ ਜਾਂਦੀ ਆ ਤੇ ਗਾਲੇ ਬੰਨੇ ਪਹੁੰਚਦੀ ਨਹੀਂ, ਉਹਨੂੰ ਉੱਥੇ ਨੱਪ ਕੇ ਰੱਖਿਆ ਜਾਂਦਾ। ਗਰੀਬ ਦੀ ਕੋਈ ਸਾਰ ਹੀ ਨਹੀਂ ਗਿਆ ਜੀ। ਇੱਕ ਗੱਲ ਆਪਾਂ ਕਰੀਏ ਮੁੱਦੇ ਦੀ ਕਿ ਜਿਸ ਤਰ੍ਹਾਂ ਕਿ ਪਿਛਲੀ ਜਿਹੜੀ ਚੰਨੀ ਸਰਕਾਰ ਸੀਗੀ, ਉਹਨਾਂ ਨੇ ਇੱਕ ਗਰੀਬਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ, ਰਜਿਸਟਰੀਆਂ ਕੀਤੀਆਂ। ਉਹਨਾਂ ਦੀ ਤੁਹਾਨੂੰ ਲੱਗਦਾ ਕਿ ਜਿਹੜੀ ਸਰਕਾਰ ਆ ਉਹਨਾਂ ਨੂੰ ਦੇ ਦਿੱਤੀ, ਆਉਣ ਵਾਲੀ ਸਰਕਾਰ ਨੇ ਉਹਨੂੰ ਵਾਅਦਾ ਪੂਰਾ ਕਰ ਦਿੱਤਾ? ਵੇਖੋ ਜੀ, ਇੱਥੇ ਵੇਖੋ, ਮੈਂ ਨਾ ਤਾਂ ਕਿਸੇ ਪਾਰਟੀ ਦੇ ਹੱਕ ਦੇ ਵਿੱਚ ਆ ਤੇ ਨਾ ਮੈਂ ਕਿਸੇ ਦਾ ਵਿਰੋਧੀ ਆ। ਮੈਂ ਇੱਕ ਸਮਾਜ ਸੇਵਕ ਵਿਅਕਤੀ ਆ। ਜੋ ਤੁਸੀਂ ਗੱਲ ਕੀਤੀ ਪਲਾਟ ਦੇਣ ਦੀ, ਇਹ ਬਿਲਕੁਲ 24/9/2021 ਨੂੰ ਲੈਟਰ ਸਰਕੂਲੇਟ ਹੋਇਆ ਹੈ ਸਰਕਾਰ ਦਾ, ਤੇ ਬਹੁਤ ਮੈਂ ਵਧੀਆ ਤੇ ਸ਼ਲਾਘਾਯੋਗ ਇਹ ਉਪਰਾਲਾ ਸਮਝਦਾ। ਕਿਉਂਕਿ ਮੈਂ ਪਹਿਲਾਂ ਹੀ ਦੱਸ ਚੁੱਕਾ ਵਾਂ ਕਿ ਲੋਕ ਬਹੁਤ ਸਾਰੇ ਬੇਘਰੇ ਨੇ ਜਿਹੜੇ ਕਿਰਾਏ ਤੇ ਰਹਿ ਰਹੇ ਨੇ। ਫਿਰ ਉਹਨਾਂ ਕੋਲ ਕੋਈ ਕਮਾਈ ਦਾ ਸਾਧਨ ਨਹੀਂ ਆ। ਉਹ ਕਮਾਈ ਕਰਕੇ ਆਪਣੇ ਘਰ ਦਾ ਚੁੱਲ੍ਹਾ ਚਲਾਉਣ ਜਾਂ ਘਰ ਬਣਾਉਣ ਜਾਂ ਕਿਰਾਇਆ ਦੇਣ ਜਾਂ ਕੀ ਕਰਨ, ਕੁਛ ਨਹੀਂ ਆ। ਉਹਨਾਂ ਨੂੰ ਸਮਝ ਨਹੀਂ ਵਿਚਾਰਿਆਂ ਨੂੰ। ਉਹ ਲੈਟਰ ਦੇ ਤਹਿਤ ਜਿਹੜੇ ਸੀ ਜਾਰੀ ਤੇ ਹੋ ਗਿਆ, ਕਹਿ ਵੀ ਦਿੱਤਾ, ਐਲਾਨ ਕਰ ਦਿੱਤਾ ਕਿ ਪਲਾਟ ਦਿੱਤੇ ਜਾਣਗੇ 5-5 ਮਰਲੇ ਦੇ। ਉਹਦੇ ਵਿੱਚ ਬੜੀਆਂ ਵਧੀਆ ਕੰਡੀਸ਼ਨਾਂ ਸੀ ਵੀ ਜੇ ਉਹਨਾਂ ਨੂੰ ਪਲਾਟ ਵੀ ਦਿੱਤੇ ਜਾਣਗੇ ਜਿਹੜੇ ਬੇਘਰੇ, ਜਿਨ੍ਹਾਂ ਕੋਲ ਥਾਂ ਹੈ ਨਹੀਂਗਾ।
ਤੇ ਉਹਨਾਂ ਨੂੰ ਵੀ ਦਿੱਤਾ ਜਾਊਗਾ। ਜਿਹੜੇ ਘਰ ਦੇ ਵਿੱਚ ਇੱਕ ਘਰ ਦੇ ਵਿੱਚ 4-4 ਮੈਂਬਰ ਰਹਿ ਰਹੇ ਨੇ, ਸ਼ਾਦੀशुदा ਨੇ, ਤੇ ਉਹ ਕਿਵੇਂ ਪਰਿਵਾਰ ਰਹਿ ਸਕਦੇ 2-2 4-4 ਮਰਲੇ ਦੇ ਵਿੱਚ, ਉਹਨਾਂ ਨੂੰ ਵੀ ਦਿੱਤਾ ਜਾਏ। ਪਰ ਹੋਇਆ ਕਿ ਉਹਦਾ ਰਿਜ਼ਲਟ ਕੀ ਹੈ? ਜ਼ੀਰੋ ਹੈ। ਕਿਉਂਕਿ ਲੋਕ ਉਹ ਪਲਾਟ ਕਿਸੇ ਵੀ ਜ਼ਿਆਦਾਤਰ ਜਿਹੜੇ ਪਿੰਡਾਂ 'ਚ ਮਦਨੀ ਕਿਸੇ ਵਿਰਲੇ ਟਾਵੇਂ ਪਿੰਡ ਦੇ ਵਿੱਚ ਮਤੇ ਪਾਤੇ ਹੁਣ ਨਹੀਂ ਤੇ ਨਹੀਂ। 2017 ਦੇ ਵਿੱਚ ਮੈਂ ਤਰਨਤਾਰਨ ਜ਼ਿਲ੍ਹੇ ਦੀ ਹੀ ਗੱਲ ਕਰਾਂ ਤੇ ਉਦੋਂ ਵੀ ਮਾਨਯੋਗ ਡੀਸੀ ਸਾਹਿਬ ਤਰਨਤਾਰਨ ਵੱਲੋਂ ਇੱਕ ਲੈਟਰ ਜਾਰੀ ਹੋਇਆ ਸੀ ਵੀ ਬਲਾਕਾਂ ਦੇ ਜਿਹੜੇ ਸਰਪੰਚ ਮਤੇ ਪਾ ਕੇ ਦੇਣ, ਪਰ ਮਤਾ ਕਿਸੇ ਨੇ ਅੱਜ ਤੱਕ ਉਹ ਪਾਇਆ ਹੀ ਨਹੀਂਗਾ। ਨਾ ਹੀ ਕਿਸੇ ਵੀਡੀਓ ਨੇ ਪੁੱਛਿਆ ਵਾ ਵੀ ਉਹ ਜਿਹੜਾ ਵਾ ਆਪਣੇ ਕਿਉਂ ਨਹੀਂ ਮਤੇ ਪਾਏ ਗਏ। ਐਲਾਨ ਕਰਨ ਤੇ ਦਿੱਤਾ, ਪਰ ਉਹਨੂੰ ਫਿਰ ਬਾਅਦ ਚ ਪੁੱਛਣਾ ਕਿਹਦਾ ਫਰਜ਼ ਬਣਦਾ ਹੈ ਵੀ ਇਹ ਕਿਉਂ ਨਹੀਂ ਹੋਇਆ ਜਾਂ ਕੀ ਨਹੀਂ। ਸਰਕਾਰ ਤਾਂ ਕਾਂਗਰਸ ਨੇ ਕੀਤਾ ਸੀ ਐਲਾਨ, ਪਰ ਹੁਣ ਜਿਹੜੀ ਮੌਜੂਦਾ ਸਰਕਾਰ ਉਹ ਆਮ ਆਦਮੀ ਪਾਰਟੀ ਦੀ ਹੈ। ਦੇਖੋ, ਐਲਾਨ ਮੈਂ ਮੰਨਦਾ ਕਾਂਗਰਸ ਨੇ ਕਰ ਦਿੱਤਾ, ਤੇ ਕੀ ਗੱਲ ਵੋਟ ਕਾਂਗਰਸ ਦੇ ਬਾਅਦ ਵਿੱਚ ਪਬਲਿਕ ਨੇ ਪਾਈ ਹੈ ਨਾ। ਜੇ ਮੁੱਖ ਮੰਤਰੀ ਬਣਦਾ ਉਹ ਕਿਸੇ ਇੱਕ ਬੰਦੇ ਦਾ ਤਾਂ ਨਹੀਂ ਨਾ ਬਣਦਾ, ਪੂਰੀ ਸਟੇਟ ਦਾ ਬਣਦਾ ਨਾ। ਤੇ ਜੇ ਉਹਨਾਂ ਨੇ ਇਹ ਕਰ ਦਿੱਤਾ ਤੇ ਉਹਨੂੰ ਪਾਰਟੀਬਾਜ਼ੀ 'ਚ ਲੈ ਕੇ ਆਪਾਂ ਕਿਉਂ ਕਰ ਰਹੇ? ਆਪਾਂ ਗਰੀਬੀ ਜੀਵਨ ਵੇਖ ਗਏ ਵੀ ਅਸੀਂ ਬਦਲਾਵ ਲਿਆਉਣਾ, ਅਸੀਂ ਗਰੀਬੀ ਜੀਵਨ ਨੂੰ ਕਿਵੇਂ ਚੁੱਕਣਾ। ਤੁਹਾਨੂੰ ਲੱਗਦਾ ਕਿ ਇਸ ਵਕਤ ਜਿਹੜੀ ਆਮ ਆਦਮੀ ਪਾਰਟੀ ਇਹ ਬਦਲਾਵ ਨਹੀਂ ਬਦਲਾ ਲੈ ਰਹੀ ਹੈ? ਜੇ ਆਹ ਗੱਲ ਤੁਹਾਡੀ ਮੈਂ ਸਵਾਲ ਦਾ ਜਵਾਬ ਦੇਵਾਂ ਕਿ ਤੁਸੀਂ ਕਿਹਾ ਵੀ ਇਹ ਕਾਂਗਰਸ ਦੀ ਪਹਿਲਾਂ ਸਰਕਾਰ ਸੀ, ਉਹਨੇ ਐਲਾਨ ਕੀਤਾ ਵਾ ਤੇ ਹੁਣ ਆਮ ਆਦਮੀ ਦੀ, ਤੇ ਜੇ ਆਮ ਆਦਮੀ ਨਹੀਂ ਕਰਦੀ ਤੇ ਫਿਰ ਤੇ ਬਦਲਾਵ ਨਹੀਂ ਬਦਲਾ ਹੀ ਆ। ਜਿਸ ਤਰ੍ਹਾਂ ਹੁਣ ਪਿੰਡਾਂ ਦੇ ਵਿੱਚ ਵੇਖਣ ਨੂੰ ਮਿਲਿਆ ਆ ਕਿ ਜਿਹੜੇ ਕਾਂਗਰਸ ਵੱਲੋਂ ਪਲਾਟ ਦਿੱਤੇ ਗਏ ਸੀਗੇ, ਜਿਹੜੀ ਜਗ੍ਹਾ ਤੇ ਪਲਾਟ ਕੱਟਣੇ ਸੀਗੇ, ਉਹਨਾਂ ਦੀ ਬੋਲੀ ਹੋ ਗਈ ਹੈ, ਪੰਚਾਇਤਾਂ ਵੱਲੋਂ ਕਰਾ ਦਿੱਤੀ ਗਈ ਹੈ। ਕੀ ਸਹੀ ਹੈ? ਇਹ ਬਿਲਕੁਲ ਸਹੀ ਗੱਲ ਆ। ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਵਾਂ ਕਿ ਤੁਹਾਡੇ ਵੀ ਚੈਨਲ ਦੇ ਉੱਤੇ ਇੱਕ ਖਬਰ ਚੱਲੀ ਸੀ ਪੱਟੀ ਹਲਕੇ ਦੇ ਨਦੌਰ ਪਿੰਡ ਦੀ, ਜਿੱਥੇ ਲੋਕਾਂ ਨੂੰ ਰਜਿਸਟਰੀਆਂ ਵੀ ਕਰ ਦਿੱਤੀਆਂ ਗਈਆਂ, ਸਨਦ ਦਿੱਤੇ ਗਏ ਨੇ, ਤੇ ਉਸ ਤੋਂ ਬਾਅਦ ਵਿੱਚ ਬੋਲੀ ਹੋਈ ਆ। ਤੇ ਉਹ ਕਿੱਡੀ ਵੱਡੀ ਨਲਾਇਕੀ ਕਿਉਂ ਬੋਲੀ ਹੋ ਗਈ? ਇਸੇ ਤਰ੍ਹਾਂ ਹੀ ਮੈਂ ਪਿੰਡ ਪੌਵਿੰਡ ਸਾਹਿਬ ਦੀ ਗੱਲ ਕਰਾਂ ਤੇ ਉੱਥੇ ਪਹਿਲਾਂ ਤਾਂ ਜਿਹੜਾ ਵਾ ਉੱਥੇ ਪਲਾਟ ਕੱਟ ਦਿੱਤੇ ਗਏ ਆ, 100 ਤੋਂ ਵੱਧ ਪਲਾਟ ਕੱਟੇ, ਜਿਨ੍ਹਾਂ ਨੂੰ ਜਿਹੜਾ ਹੀ ਜਨਰਲ ਵਰਗ ਉਹਨੂੰ ਵੀ ਐਸੀ ਕਰਕੇ ਵਿਖਾ ਦਿੱਤਾ, ਗਰੀਬ ਵਰਗ ਨਾ ਯੋਗ। ਬਾਅਦ 'ਚ ਜਦੋਂ ਉਹ ਗੱਲਾਂ ਉਹਨਾਂ ਨੇ ਦਰਖਾਸਤ ਦਿੱਤੀ, ਫਿਰ ਉਹਦੀ ਥਾਂ ਦੀ ਬੋਲੀ ਕਰ ਦਿੱਤੀ ਕਿ ਲੋਕਾਂ ਕੋਲ ਸਨਦ ਪਏ ਆ, ਉਹ ਵੀ ਨਹੀਂ ਦਿੱਤੇ ਗਏ। ਤੁਹਾਨੂੰ ਲੱਗਦਾ ਕਿ ਜਰਨਲ ਵਰਗ ਨੂੰ ਦੇਤੇ ਸੀਗੇ ਤੇ ਉਹਨਾਂ ਨੇ ਜਦੋਂ ਦੂਜਿਆਂ ਨੇ ਐਸਸੀ ਕੋਟੇ ਨੇ ਐਸਸੀਆਂ ਨੇ ਆਵਾਜ਼ ਉਠਾਈ ਹੈ ਤੇ ਫਿਰ ਉਹਨਾਂ ਨੇ ਕੈਂਸਲ ਕੀਤਾ? ਦੇਖੋ, ਇੱਥੇ ਐਸਸੀ ਜਾਂ ਜਨਰਲ ਦਾ ਮੈਂ ਨਹੀਂ ਮਸਲਾ ਸਮਝਦਾ। ਜੇ ਜਨਰਲ ਵਰਗ ਜੱਟ ਭਾਈਚਾਰੇ ਦਾ ਵੀ ਕੋਈ ਗਰੀਬ ਹੈ ਤਾਂ ਉਹਨੂੰ ਮਿਲਣਾ ਚਾਹੀਦਾ। ਕਿਉਂ? ਮੈਂ ਪਹਿਲਾਂ ਹੀ ਬੇਨਤੀ ਕਰ ਚੁੱਕਾ ਕਿ ਅੱਜ ਆਰਥਿਕ ਪੱਖੋਂ ਲਗਭਗ ਹਰ ਬਰਾਦਰੀ, ਹਰ ਧਰਮ, ਹਰ ਜਿਹੜਾ ਵਾ ਸਮਾਜ ਦੇ ਵਿੱਚ ਲੋਕ ਕੁਝ ਗਰੀਬ ਨੇ, ਉਹ ਗਰੀਬੀ ਨਾਲ ਜੂਝ ਰਹੇ ਨੇ। ਜਿਹੜਾ ਲੋੜਵੰਦ ਉਹਨੂੰ ਮਿਲਣਾ ਚਾਹੀਦਾ, ਪਰ ਇੱਥੇ ਐਸਾ ਨਹੀਂ ਆ। ਹਰ ਇੱਕ ਜਿਹੜਾ ਵਾ ਉਹ ਆਪਣੀ ਤੂਤੀ ਵਜਾਉਂਦਾ, ਆਪਣੇ ਨਾਲ ਲੱਗੇ ਹੋਏ ਵਿਅਕਤੀ ਨੂੰ ਤਾਂ ਚੁੱਕਣ ਦੀ ਕੋਸ਼ਿਸ਼ ਕਰਦਾ। ਜਿਹੜੇ ਅਸਲੋਂ ਗਰੀਬ ਆ ਉਹਨਾਂ ਦੀ ਕੋਈ ਗੱਲ ਹੀ ਨਹੀਂ ਕਰਦਾ, ਉਹਨਾਂ ਦੇ ਬਾਰੇ ਕੋਈ ਆਵਾਜ਼ ਨਹੀਂ ਚੁੱਕਦਾ, ਨਾ ਹੀ ਉਹਨਾਂ ਦੇ ਕੋਈ ਹੱਕ ਉਹਨਾਂ ਨੂੰ ਮਿਲਦਾ ਵਾ। ਤੁਹਾਨੂੰ ਕੀ ਲੱਗਦਾ ਵਾ ਕਿ ਜਿਸ ਤਰ੍ਹਾਂ ਜਾਤ ਪਾਤ ਤੋਂ ਉੱਪਰ ਉੱਠ ਕੇ ਇਹਨਾਂ ਨੇ ਵਾਅਦੇ ਕੀਤੇ ਸੀਗੇ ਕਿ ਸਾਡੀ ਜਿਹੜੀ ਸਰਕਾਰ ਆਊਗੀ ਉਹ ਜਾਤ ਪਾਤ ਤੋਂ ਉੱਪਰ ਉੱਠ ਕੇ ਤੇ ਇਹ ਸਾਰੇ ਕੀਤੇ ਵਾਅਦਿਆਂ ਨੂੰ ਪੂਰਾ ਕਰੂਗੀ, ਤੇ ਲੱਗਦਾ ਕਿ ਇਸ ਵਕਤ ਆਮ ਆਦਮੀ ਪਾਰਟੀ ਨੇ ਆਪਣੇ ਸਾਰੇ ਵਾਅਦੇ ਪੂਰੇ ਕਰ ਦਿੱਤੇ? ਵੇਖੋ, ਤੁਸੀਂ ਜਾਤ ਪਾਤ ਦੀ ਗੱਲ ਕੀਤੀ ਆ ਤੇ ਵਾਅਦਿਆਂ ਦੀ ਤਾਂ ਆਪਾਂ ਬਾਅਦ 'ਚ ਗੱਲ ਕਰਦੇ ਆ। ਤੇ ਤੁਹਾਡੇ ਸਾਹਮਣੇ ਇੱਕ ਕਿੱਡੀ ਵੱਡੀ ਗੱਲ ਸਾਹਮਣੇ ਆਈ ਆ ਵੀ ਉਹ ਇਹ ਗੱਲ ਕਹੀ ਗਈ ਕਿ ਇਹ ਜਿਹੜੇ ਯੋਗ ਨਹੀਂ ਗੇ। ਕੌਣ ਯੋਗ ਨਹੀਂ? ਵੀ ਐਸੀ ਜਿਹੜੇ ਲੋਕ ਨੇ ਇਹ ਯੋਗ ਨਹੀਂ ਗੇ, ਜਿਹੜੀਆਂ ਲਾਭ ਅਫਸਰਾਂ ਦੀਆਂ ਸੀਟਾਂ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਜਿਹੜਾ ਐਕਟ ਆ 1950 ਦੇ ਵਿੱਚ ਬਣ ਗਿਆ ਸ਼ਡਿਊਲ ਕਾਸਟ, ਸ਼ਡਿਊਲ ਦਾ ਭਾਵ ਇੱਕ ਤਰਤੀਬ ਬੰਨਣੀ ਹੁੰਦਾ। ਗੁਰੂ ਸਾਹਿਬਾਨ ਨੇ ਤੇ ਸਾਨੂੰ ਨਾਲ ਰਲਾ ਦਿੱਤਾ, ਮਾਨਸਕੀ ਜਾਤ ਸਭੇ ਏਕੇ ਪਹਿਚਾਨ ਬੋ, ਏਕ ਪਿਤਾ ਏਕ ਸਿਆਮ ਬਾਰਕ ਤੂੰ ਮੇਰਾ ਗੁਰਾਈ। ਹੋਰ ਵੀ ਕਈ ਪ੍ਰਮਾਣ ਨੇ, ਜੇ ਚਾਹੀਏ ਤੇ ਆਪਾਂ ਵੇਖ ਸਕਦੇ ਹਾਂ। ਪਰ ਸਵਾਲ ਇਹ ਉੱਠਦਾ ਕਿ ਅਸੀਂ ਪੰਜਾਬ 'ਚ ਰਹਿ ਕੇ ਵੀ, ਸਿੱਖ ਹੋ ਕੇ ਵੀ ਇਹ ਗੱਲ ਨੂੰ ਮੰਨਦੇ ਹਾਂ ਕਿ ਕੋਈ ਉੱਚੀ ਜਾਤੀ ਦਾ, ਕੋਈ ਨੀਵੀਂ ਜਾਤੀ ਦਾ, ਜੋ ਕਿ ਭਗਤ ਕਬੀਰ ਜੀ ਨੇ ਬਹੁਤ ਵੱਡੀ ਜਾਤ ਅਭਿਮਾਨੀ ਦੇ ਮੂੰਹ ਤੇ ਚਪੇੜ ਮਾਰੀ ਆ ਕਿ ਜਉਂ ਤੋਂ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਨ ਬਾਂਟ ਕਾਹੇ ਨਹੀਂ ਆਇਆ। ਇਹ ਜੇ ਤੂੰ ਪੰਡਤ ਬ੍ਰਾਹਮਣ ਜੇ ਕਿਸੇ ਸੋਚਦਾ ਕਿ ਮੈਂ ਵੱਡੀ ਜਾਤੀ ਦਾ ਤੇ ਦੂਜੇ ਛੋਟੀ ਦੇ, ਤੇ ਜੋ ਇਸ ਤਰੀਕੇ ਨਾਲ ਮੈਂ ਜਨਮ ਲਿਆ ਤੂੰ ਕਿਉਂ ਲਿਆ? ਤੂੰ ਕੋਈ ਰਸਤਾ ਹੋਰ ਅਖਤਿਆਰ ਕਰਨਾ ਹੈ। ਇਹਦੇ 'ਚ ਜਿਹੜਾ ਵਾ ਇਹ ਗੱਲ ਬਹੁਤ ਵੱਡੀ ਨਿੰਦਣਯੋਗ ਸੀ, ਕਿਉਂਕਿ ਜੇ ਇਹ ਕਾਬਲ ਨਹੀਂ ਗੇ, ਯੋਗ ਨਹੀਂ ਗੇ। ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਗੱਲ ਕਹਿਣੀ ਦੱਸਣਾ ਚਾਹੁੰਦਾ ਵਾਂ ਸਾਰਿਆਂ ਨੂੰ ਕਿ ਕੀ ਐਸੀ ਜੱਜ ਨਹੀਂ ਗੇ, ਐਸੀ ਡੀਸੀ ਨਹੀਂ ਬਣੇ, ਕੋਈ IAS IPS
ਇਹ ਕਈ ਤਰ੍ਹਾਂ ਦੇ ਕਈ ਵੱਡੇ ਪਦਵੀਆਂ ਦੇ ਉੱਤੇ ਅਫਸਰ ਬੈਠੇ ਹੋਏ ਨੇ, ਕੀ ਗੱਲ ਉਹ ਯੋਗ ਤੋਂ ਬਿਨਾਂ ਹੀ ਬਣ ਗਏ ਨੇ? ਇਹ ਇੱਕ ਇੱਥੋਂ ਚਿਹਰਾ ਕਿਹੜਾ ਨਜ਼ਰ ਆ ਰਿਹਾ? ਤੁਹਾਨੂੰ ਲੱਗਦਾ ਨਹੀਂ ਕਿ ਮਾਨ ਸਾਹਿਬ ਨੇ ਜਿਹੜੀ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀਗੀ ਕਿ ਵਾਕਿਆ ਤੁਹਾਡੇ ਕਹਿਣ ਤੇ ਕਿ ਕਾਬਲੀਅਤ ਨਹੀਂ ਹੈਗੀ, ਪਰ ਉਹ ਜਿਹੜੀ ਕਾਬਲੀਅਤ ਦੀ ਗੱਲ ਕਰ ਰਹੇ ਆ, ਜਿਹੜੇ ਸੰਵਿਧਾਨ ਦੇ ਮੁਤਾਬਕ ਉਹਨੇ ਇਲੈਕਸ਼ਨ ਲੜੀ, ਸਹੁੰ ਚੁੱਕੀ, ਉਹ ਜਿਹੜਾ ਸੰਵਿਧਾਨ ਆ ਉਹ ਵੀ ਇੱਕ ਐਸਸੀ ਵਰਗ ਦੇ ਲਿਖੀ ਹੋਈ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਨੇ ਲਿਖਿਆ ਹੋਇਆ। ਬਿਲਕੁਲ, ਇਹ ਡਾਕਟਰ ਅੰਬੇਦਕਰ ਸਾਹਿਬ ਨੇ ਸੰਵਿਧਾਨ ਲਿਖਿਆ ਹੈ, ਪਰ ਉਹ ਤੇ ਗੱਲ ਆਉਂਦੀ ਹੈ ਨਾ ਕਿ ਉੱਥੇ ਇਹਨਾਂ ਨੇ ਯੋਗ ਕਹਿਤਾ ਵੀ ਇਹ ਯੋਗ ਨਹੀਂ ਗੇ। ਇਹ ਕਿਹੜੇ ਢੰਗ ਦੇ ਨਾਲ ਯੋਗ ਕਹਿ ਰਹੇ? ਨਾ ਤੇ ਇਹ ਗੁਰੂ ਸਾਹਿਬਾਨ ਦੇ ਸਿਧਾਂਤਾਂ ਦੇ ਮੁਤਾਬਕ ਹੀ ਇਹ ਸਾਬਤ ਕਰ ਸਕਦੇ ਵੀ ਯੋਗ ਨਹੀਂ ਗੇ, ਤੇ ਨਾ ਹੀ ਸੰਵਿਧਾਨ ਦੇ ਤੌਰ ਦੇ ਉੱਤੇ ਕਰ ਸਕਦੇ, ਕਿਉਂਕਿ ਆਲਰੇਡੀ ਪਹਿਲਾਂ ਜੱਜ, ਵਕੀਲ, ਡਾਕਟਰ ਚੰਗੀਆਂ ਪਦਵੀਆਂ ਤੇ ਬੈਠੇ ਉਹ ਕਿਸ ਤਰ੍ਹਾਂ ਬਣੇ ਹੋਏ ਨੇ। ਇਹ ਇੱਕ ਸਿਰਫ ਜਿਹੜਾ ਵਾ ਇਹ ਘਿਨਾਉਣਾ ਕਿਹੜਾ ਨਜ਼ਰ ਆ ਰਿਹਾ ਵਾ ਵੀ ਵਾਕਿਆ ਇਹ ਐਸੀ ਵਰਗ ਨਾਲ ਕਿਤੇ ਨਾ ਕਿਤੇ ਜਿਹੜਾ ਵਾ ਇਹ ਭੇਦਭਾਵ ਹੈਗਾ ਵਾ, ਉਹ ਨਿਕਲਿਆ ਨਹੀਂਗਾ। ਤੇ ਇਹ ਬਦਲਾਵ ਗਰੀਬ ਵਰਗ ਦੀ ਵੋਟ ਨਹੀਂ ਲਈ। ਪਰ ਮੈਂ ਇੱਕ ਗੱਲ ਇੱਥੇ ਮੈਂ ਤੁਹਾਨੂੰ ਇਹ ਜ਼ਰੂਰ ਕਹਿਣੀ ਚਾਹੁੰਦਾ ਵੀ ਵਾਕਿਆ ਹੀ ਜਿਹੜਾ ਐਸੀ ਵਰਗ ਆ ਨਾ, ਉਹ ਵਾਕਿਆ ਹੀ ਉਹਨਾਂ ਨੂੰ ਅਕਲ ਨਹੀਂ ਹੈਗੀ, ਉਹ ਯੋਗ ਨਹੀਂ ਗੇ, ਕਾਬਲੀਅਤ ਨਹੀਂ ਗੀ। ਮੈਂ ਮੰਨਣਾ ਬਹੁਤ ਸਹਿਮਤ ਆ। ਕਿਉਂ? ਹੁਣ ਕਿਉਂ ਨਹੀਂ ਆ, ਸਵਾਲ ਇਹ ਉੱਠਦਾ। ਅੱਜ 73-74 ਸਾਲ ਹੋ ਗਈ, ਇਹ ਗਲਾਨਤ ਦੀ ਜ਼ਿੰਦਗੀ ਜੀ ਰਹੇ ਆ। ਪ੍ਰਾਇਮਰੀ ਸਕੂਲ ਦੇ ਨਿਆਣਿਆਂ ਵਾਂਗ ਵਾਰ-ਵਾਰ ਸ਼ਿਕਾਇਤਾਂ ਲਾਉਂਦੇ, ਰੋਂਦੇ ਆ ਵੀ ਸਾਡੇ ਨਾਲ ਆਹ ਧੱਕਾ ਹੋ ਗਿਆ, ਸਾਨੂੰ ਆਹ ਨਹੀਂ ਮਿਲਿਆ, ਸਾਡੇ ਵਾਸਤੇ ਆਹ ਬੋਲ ਦਿੱਤਾ। ਇਹਨਾਂ ਨੇ ਆਪਣੀ ਪਾਰਟੀ ਕਿਉਂ ਨਹੀਂ ਖੜੀ ਕੀਤੀ? ਚੰਗੇ ਵਧੀਆ ਇਹਨਾਂ ਦੀ ਜੱਜ, ਵਕੀਲ, ਪੜ੍ਹੇ ਲਿਖੇ ਟੀਚਰ, ਸਭ ਕੁਝ ਹਰ ਦਾਇਰੇ ਦੇ ਵਿੱਚ ਅੱਗੇ ਹੀ। ਇਹਨਾਂ ਨੂੰ ਆਪਣੀ ਪਾਰਟੀ ਖੜ ਕੇ ਇੱਕ ਬਰਾਬਰ ਦੀ ਜਿਹੜੀ ਟੱਕਰ ਦੇਣੀ ਚਾਹੀਦੀ। ਉਹ ਗੁਰੂ ਸਾਹਿਬ ਦਾ ਬਚਨ ਹੈ, ਕੋਈ ਕਿਸੇ ਕੋ ਰਾਜ ਨਾ ਦੇਹ, ਜੋ ਲੇਹ ਨਿਜ ਬਲ ਚਲੇ। ਇਹ ਆਪਣਿਆਂ ਨੂੰ ਇਹ ਦੂਜਾ ਕੀ ਆ, ਆਪਣੇ ਆਪ ਨੂੰ ਖੜਾ ਕਰਨ ਦੀ ਬਜਾਏ ਦੂਜੇ ਨੂੰ ਇਹ ਮਜ਼ਬੂਤ ਕਰਦੇ ਆ, ਫਿਰ ਉਹਨਾਂ ਅੱਗੇ ਹੱਥ ਫੈਲਾਉਂਦੇ। ਕਿਉਂ? ਜਿਹੜੇ ਐਸੀ ਸਾਡੇ ਐਮਐਲਏ ਬਣ ਜਾਂਦੇ ਆ ਤੇ ਦੂਜੇ ਤੀਜੇ ਬਣ ਜਾਂਦੇ ਆ। ਹੁਣ ਅਸੀਂ ਸਮਝ ਲੈਂਦੇ ਆ ਕਿ ਸ਼ਾਇਦ ਸਾਨੂੰ ਸਾਡੇ ਕੁਝ ਲੋਕ ਰੱਖ ਲਏ ਆ। ਮੈਨੂੰ ਇੱਕ ਗੱਲ ਦੱਸੋ, ਇਹ ਕੀ ਹੁੰਦਾ ਕੀ ਆ ਕਿ ਜਿਸ ਤਰ੍ਹਾਂ ਆਰੀ ਨੂੰ ਸੱਪ ਫੜ ਕੇ ਘੁੱਟੇ, ਤਾਂ ਸੱਪ ਸੋਚਦਾ ਵੀ ਮੈਂ ਬਹੁਤ ਘੁੱਟ ਕੇ ਵਲੇਟ ਮਾਰ ਲਿਆ, ਪਰ ਉਹ ਆਰੀ ਵਿੱਚ ਖੁੱਭਦੀ ਜਾਂਦੀ ਆ। ਇਸੇ ਤਰ੍ਹਾਂ ਹੀ ਇਹ ਸਮਝਦੇ ਆ ਕਿ ਅਸੀਂ ਨਾਲ ਰਲ ਗਏ ਆ, ਸਾਡੀ ਬੜੀ ਪੁੱਛ ਗਿੱਛ ਕੋਈ ਇੰਨੀ ਨਹੀਂ ਹੈਗੀ। ਨਹੀਂ, ਜਿਸ ਤਰ੍ਹਾਂ ਗੱਲ ਕਰੀਏ, ਤੁਸੀਂ ਹੁਣੇ ਐਮਐਲਏ ਸਾਹਿਬਾਨ ਦੀ ਗੱਲ ਕੀਤੀ ਆ, ਤਾਂ ਸਾਡੇ ਜੰਡਿਆਲੇ ਤੋਂ ਜਿਹੜੇ ਜਿੱਤੇ ਆ ਐਮਐਲਏ ਸਾਹਿਬ ਆਮ ਆਦਮੀ ਪਾਰਟੀ ਦੇ, ਇਸ ਵਕਤ ਉਹ ਮੰਤਰੀ ਨੇ, ਠੀਕ ਹੈ ਜੀ, ਉਹ ਵੀ ਆਪਣੀ ਬਰਾਦਰੀ, ਤੁਹਾਨੂੰ ਲੱਗਦਾ ਨਹੀਂ ਸੀ ਕਿ ਉਹਨਾਂ ਨੂੰ ਇਹ ਆਵਾਜ਼ ਚੁੱਕਣੀ ਚਾਹੀਦੀ ਸੀ? ਬਿਲਕੁਲ ਜੀ, ਉਹਨਾਂ ਨੂੰ ਚੁੱਕਣੀ ਚਾਹੀਦੀ। ਮੈਂ ਤੇ ਉਹਨਾਂ ਨੂੰ ਨਹੀਂ ਇਕੱਲਿਆਂ ਨੂੰ ਕਹਿੰਦਾ, ਜਿੰਨੇ ਵੀ ਐਮਐਲਏ ਸੀ ਜਾਂ ਚੰਗੇ ਆਈਪੀਐਸ, ਆਈਏਐਸ, ਜੱਜ ਸਾਹਿਬਾਨ, ਜੋ ਵੀ ਚੰਗੇ ਅਧਿਕਾਰੀ, ਸਾਰਿਆਂ ਨੂੰ ਇਹ ਆਵਾਜ਼ ਚੁੱਕਣੀ ਚਾਹੀਦੀ। ਇਹ ਸਾਰਿਆਂ ਦੇ ਉੱਤੇ ਸਵਾਲੀਆ ਫਿਕਰਾ ਵਾ, ਸਾਰਿਆਂ ਦੀ ਇੱਕ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਵੈਸੇ ਹੀ ਇਹਨਾਂ ਨੂੰ ਜਿਹੜਾ ਵਾ SC/ST ਐਕਟ ਦਾ ਪਰਚਾ ਦਰਜ ਹੋਣਾ ਚਾਹੀਦਾ। ਮੈਂ ਤਾਂ ਸਮਝਦਾ ਵਾਂ ਕਿ ਇਹਨਾਂ ਨੇ ਇੱਕ ਸਮੁੱਚੇ ਸਮਾਜ ਨੂੰ ਨੀਵਾਂ ਦੱਸ ਦਿੱਤਾ। ਨਹੀਂ, ਉਹ ਤੇ ਇੱਕ ਅਲੱਗ ਆ ਜਾਂਦੀ, ਜੱਜ ਸਾਹਿਬਾਨ ਜਾਂ DC ਸਾਹਿਬਾਨ ਜਾਂ SSP ਜਾਂ SP, ਪਰ ਜਿਹੜਾ ਮੌਜੂਦਾ ਸਰਕਾਰ ਦੇ ਵਿੱਚ ਇਸ ਵਕਤ ਮੰਤਰੀ ਆ, ਉਹਨੂੰ ਨਹੀਂ ਬਣਦਾ ਕਿ ਉਹ ਵੀ ਇਸ ਜਗ੍ਹਾ ਤੇ ਆਵਾਜ਼ ਚੁੱਕਦਾ ਕਿ ਮਾਨ ਸਾਹਿਬ, ਮੈਨੂੰ ਤੁਸੀਂ ਅਹੁਦਾ ਜ਼ਰੂਰ ਦਿੱਤਾ, ਪਰ ਮੈਂ ਇੱਕ ਇਸ ਸਮਾਜ ਦੇ ਵਿੱਚੋਂ ਆ, ਐਸੀ ਵਰਗ ਦੇ ਵਿੱਚੋਂ ਆ, ਤੁਸੀਂ ਜਿਨ੍ਹਾਂ ਨੂੰ ਕਾਬਲੀਅਤ ਨਹੀਂ ਕਰ ਰਹੇ, ਮੇਰੇ ਕੀ ਵੇਖ ਕੇ ਫਿਰ ਤੁਸੀਂ ਮੰਤਰੀ ਪਦ ਦਾ ਅਹੁਦਾ ਦਿੱਤਾ? ਬਿਲਕੁਲ, ਇਹ ਗੱਲ ਬਹੁਤ ਤੁਸੀਂ ਵਧੀਆ ਕੀਤੀ। ਗੁਰੂ ਸਾਹਿਬ ਬਿਆਨ ਦਾ ਬਚਨ ਆ, ਕਹਿੰਦੇ ਕਿ ਕਿਆ ਸੁਲਤਾਨ ਸਲਾਮ ਵੀ ਹੋਣਾ, ਅੰਧੀ ਕੋਠੀ ਤੇਰਾ ਨਾਮ ਨਹੀਂ। ਉਹ ਸੁਲਤਾਨ ਹੀ ਕਾਹਦਾ ਵਾ, ਉਹ ਰਾਜਾ ਹੀ ਕਾਹਦਾ, ਉਹ ਮੰਤਰੀ ਕਾਹਦਾ, ਉਹ ਕਾਹਦਾ ਐਮਐਲਏ ਆ ਜਿਹਦੀ ਕੋਈ ਸੁਣਾਈ ਨਹੀਂ ਆ, ਜਿਹੜਾ ਆਪਣੀ ਗੱਲ ਨਹੀਂ ਰੱਖ ਸਕਦਾ, ਆਪਦੇ ਸਮਾਜ ਦੀ ਗੱਲ ਨਹੀਂ ਰੱਖ ਸਕਦਾ, ਦੁੱਖ ਦਰਦ ਨਹੀਂ ਕਰ ਸਕਦਾ। ਸਿਰਫ ਔਰ ਸਿਰਫ ਇੱਕ ਮੈਂ ਸਮਝਦਾ ਐਸੀ ਵਰਗ ਦੇ ਲੋਕਾਂ ਨੂੰ ਡੰਮੀਆਂ ਬਣਾ ਕੇ ਖੜੀਆਂ ਕਰ ਦਿੱਤਾ ਵਾ। ਪਿੰਡਾਂ 'ਚ ਜਦੋਂ ਇਲੈਕਸ਼ਨ ਸਰਪੰਚਾਂ ਦੇ ਹੁੰਦੇ ਆ, ਉੱਥੇ ਵੀ ਕੀ ਆ, ਮੈਂਬਰ ਉਹ ਲੱਭੇ ਜਾਂਦੇ ਜਿਹੜੇ ਅਨਪੜ੍ਹ ਹੋਣ, ਬਿਲਕੁਲ, ਜਾਂ ਜਿਹੜੇ ਵਿਚਾਰੇ ਆਰਥਿਕ ਪੱਖੋਂ ਕਮਜ਼ੋਰ ਆ, ਕੋਈ ਚੰਗੇ ਬੰਦੇ ਨਹੀਂ ਲਾਉਣਾ, ਫਿਰ ਉਹਨਾਂ ਦੇ ਉੱਤੇ ਮਰਜ਼ੀ ਨਾਲ ਕਰਨਾ। ਕਈਆਂ ਨੂੰ ਤੇ ਸਰਪੰਚੀ ਲੜਾ ਕੇ ਤੇ ਬੜੇ ਮਸਲੇ ਸਾਹਮਣੇ ਆਉਂਦੇ ਆ, ਉਹਨਾਂ ਨੂੰ ਬਾਅਦ ਵਿੱਚ ਕੀ ਕੀਤਾ, ਚੁੱਕ ਕੇ ਉਹਨਾਂ ਦੇ ਉੱਤੇ ਪ੍ਰਬੰਧਕ ਲਾਤਾ। ਹੁਣ ਮੈਨੂੰ ਇੱਕ ਗੱਲ ਦੀ ਇਹ ਨਹੀਂ ਸਮਝ ਆਉਂਦੀ, ਜੇ SC ਸਰਪੰਚ ਹੈ ਤਾਂ ਉੱਥੇ ਪ੍ਰਬੰਧਕ ਜਨਰਲ ਕਿਵੇਂ ਲੱਗ ਰਿਹਾ? ਉੱਥੇ ਪ੍ਰਬੰਧਕ ਵੀ SC ਲੱਗਣਾ ਚਾਹੀਦਾ। ਮੇਰੀ ਗੱਲ ਸੁਣੋ ਬਾਬਾ ਜੀ, ਗੱਲ ਚੱਲਦੀ ਪਈ ਸੀਗੀ, ਉਹ ਹਾਲੇ ਆਮ ਆਦਮੀ ਪਾਰਟੀ ਦੇ ਇਲੈਕਸ਼ਨ ਹੋਣੇ ਆ ਜਿਹੜੇ ਕਿ ਪੰਚਾਇਤੀ, ਗੱਲ ਮੰਤਰੀ ਸਾਹਿਬ ਦੀ ਚੱਲਦੀ ਪਈ ਸੀ ਕਿ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ, ਉਹਦੇ ਵਿੱਚ ਹੋਰ ਵੀ ਕਈ SC ਨੇ ਜਿਹੜੇ ਕਾਮਯਾਬ ਹੋਏ ਨੇ, ਜਿਹੜੇ MLA ਬਣੇ ਨੇ, ਤੇ ਇਹਨਾਂ ਨੂੰ ਸਾਰਿਆਂ ਨੂੰ ਰਲ ਕੇ ਆਵਾਜ਼ ਨਹੀਂ ਸੀ ਚੁੱਕਣੀ ਚਾਹੀਦੀ? ਬਿਲਕੁਲ, ਇਹਨਾਂ ਨੇ ਚੁੱਕਣੀ ਚਾਹੀਦੀ, ਤੇ ਪਹਿਲੇ ਆਪਣਾ ਅਹੁਦਾ ਨਹੀਂ ਸੀ ਛੱਡਣਾ ਚਾਹੀਦਾ। ਬਿਲਕੁਲ, ਇਹਨਾਂ ਨੂੰ ਉਹਦੀ ਹੀ ਇਹ ਗੱਲ ਕਰਨੀ ਚਾਹੀਦੀ ਵੀ ਤੁਸੀਂ ਕਹਿਤਾ ਵਾ ਕਿ ਯੋਗ ਨਹੀਂ ਗਏ, ਤੇ ਜਦੋਂ ਅਸੀਂ ਯੋਗ ਨਹੀਂ ਗਏ ਤਾਂ ਤੁਸੀਂ ਸਾਨੂੰ ਸਰਕਾਰ 'ਚ ਕਿਉਂ ਰੱਖਿਆ?
ਇਹ ਬਿਲਕੁਲ ਇਹਨਾਂ ਨੂੰ ਗੱਲ ਕਰਨੀ ਚਾਹੀਦੀ। ਪਰ ਗੱਲ ਕੀ ਆ, ਬਾਬਾ ਫਰੀਦ ਜੀ ਕਹਿੰਦੇ ਫਰੀਦਾ ਮੈਂ ਭੁਲਾਵਾ ਪੱਗ ਦਾ ਮੱਤ ਮੈਲੀ ਹੋਈ ਜਾਏ, ਆਂਦੇ ਮੈਨੂੰ ਮੇਰੇ ਰੁਤਬੇ ਦਾ ਖਤਰਾ ਵਾ, ਮੈਨੂੰ ਮੇਰੀ ਆਪਣੀ ਸ਼ਖਸੀਅਤ ਦਾ ਖਤਰਾ ਵਾ ਕਿ ਇੱਥੇ ਨਾ ਕੋਈ ਆ ਜਾਏ। ਇਹ ਮਾਨ ਸਾਹਿਬ ਨੂੰ ਦਿਖਦਾ ਨਹੀਂ ਸੀਗਾ ਜੀ ਇਹਦੀ ਕਾਬਲੀਅਤ ਦੇਖ ਕੇ ਇਹਨੂੰ ਮੰਤਰੀ ਪਦ ਦਾ ਉਹਦਾ ਦਿੱਤਾ ਗਿਆ ਵਾ, ਉਸੇ ਕਾਬਲੀਅਤ ਦੇ ਜ਼ਰੀਏ ਹੀ ਮੈਂ ਸਹੁੰ ਚੁੱਕੀ ਸੰਵਿਧਾਨ ਦੇ ਮੁਤਾਬਕ। ਤੇ ਜੇ ਕਹਿਣਾ ਤੁਹਾਨੂੰ ਲੱਗਦਾ ਕਿ ਠੀਕ ਹੈ ਮਾਨ ਸਾਹਿਬ ਨੂੰ ਚਾਹੀਦਾ ਇਸ ਗਲਤੀ ਤੇ ਆਪਣਾ ਇਸ ਸ਼ਬਦ ਨੂੰ ਵਾਪਸ ਲੈਂਦੇ ਜਾਂ ਮਾਫੀ ਮੰਗਦੇ? ਬਿਲਕੁਲ ਚਾਹੀਦਾ ਸੀ। ਬਾਕੀ ਦੂਜੀ ਗੱਲ ਆ ਕਿ ਮੈਂ ਇਹਨਾਂ ਨੂੰ ਐਮਐਲਏ ਮੰਤਰੀ ਨਹੀਂ ਸਮਝਦਾ, ਮੈਂ ਤਾਂ ਸਮਝਦਾ ਕਿ ਇੱਕ ਡੰਮੀਆਂ ਬਣਾ ਕੇ ਖੜੀਆਂ ਕਰ ਦਿੱਤੀਆਂ ਵਾ। ਹਾਂ, ਮਿੱਟੂ ਦੇ ਮਾਧੂ। ਚਾਹੇ ਇੱਥੇ ਫਿਰ ਉਹ ਗੱਲ ਆਉਂਦੀ ਆ ਵੀ ਜਿਹੜੇ ਆਮ ਆਦਮੀ ਨਾਲ ਜੁੜੇ ਹੋਏ ਉਹਨਾਂ ਨੇ ਕਮੈਂਟ ਕਰਨੇ ਆ ਵੀ ਇਹ ਸਿਰਫ ਦੂਜੀਆਂ ਪਾਰਟੀਆਂ ਦਾ। ਮੈਂ ਇਕੱਲੀ ਇਹਦੀ ਗੱਲ ਨਹੀਂ ਕਰਦਾ, ਮੈਂ ਦੂਜੀਆਂ ਪਾਰਟੀਆਂ ਦੀਆਂ ਵੀ ਸਮੁੱਚੀਆਂ ਦੀ ਗੱਲ ਕਰਦਾ ਵਾਂ ਵੀ ਜੇ ਉਹ ਇਹੋ ਜਿਹਾ ਵਰਤਾਵ ਕਰਦੇ ਤਾਂ ਉਹਨਾਂ ਦਾ ਵੀ ਵਿਰੋਧ ਹੋਣਾ ਚਾਹੀਦਾ। ਕਿਉਂਕਿ ਤੁਸੀਂ ਭੇਦਭਾਵ ਕਰਦੇ ਜੀ, ਆਪਣੇ ਨਗ ਪੂਰੇ ਕਰ ਲਈ, ਸਰਕਾਰ ਨੂੰ ਸੱਤਾ 'ਚ ਲਿਆਉਣ ਲਈ ਤੇ ਗਰੀਬਾਂ ਨਾਲ ਵਾਅਦੇ ਕਰਦੇ, ਜੱਫੀਆਂ ਪਾਉਂਦੇ ਜੇ, ਘਰ ਰੋਟੀਆਂ ਖਾਂਦੇ ਜੀ, ਬਾਅਦ ਵਿੱਚ ਤੁਹਾਡਾ ਬਦਲਾਵ ਜਿਹੜਾ ਵਾ ਇਹੋ ਜਿਹਾ ਹੋ ਜਾਂਦਾ ਵਾ ਕਿ ਤੁਹਾਡਾ ਇੱਕਦਮ ਤੁਸੀਂ ਉਹਨਾਂ ਨੂੰ ਪੱਲੇ ਨਹੀਂ ਬੰਨ੍ਹਦੇ। ਕਿਉਂ ਇਹੋ ਜਿਹਾ ਹੁੰਦਾ ਵਾ? ਪਾਰਟੀਆਂ ਜਿੰਨੀਆਂ ਵੀ ਆ ਉਹ ਸਾਰੀਆਂ ਹੀ ਆਪਣੇ ਐਸਸੀ ਕੋਟੇ ਕੋ, ਐਸਸੀ ਪਰਿਵਾਰਾਂ ਕੋ ਫਾਇਦੇ ਲੈਂਦੀਆਂ ਨੇ। ਜਿਸ ਤਰ੍ਹਾਂ ਕਿ ਕਾਂਗਰਸ ਸਰਕਾਰ ਨੇ ਸੀਐਮ ਬਣਾਇਆ, ਅਕਾਲੀ ਸਰਕਾਰ ਦਾ ਵਾਅਦਾ ਸੀਗਾ ਕਿ ਸਰਕਾਰ ਸੱਤਾ ਵਿੱਚ ਆਊਗੀ, ਡਿਪਟੀ ਸੀਐਮ ਬਣਾਵਾਂਗੇ। ਪਰ ਜਦੋਂ ਆਪਣੇ ਸੀਐਮ ਚੰਨੀ ਸਾਹਿਬ ਸੀਗੇ ਤੇ ਉਸ ਵਕਤ ਜਾਖੜ ਦਾ ਕੁਝ ਗਲਤ ਸ਼ਬਦ ਬਿਆਨ ਕੀਤੇ ਸੀਗੇ, ਤੁਹਾਨੂੰ ਪਤਾ ਹੋਵੇਗਾ? ਹਾਂ ਬਿਲਕੁਲ, ਉਹਨੇ ਇੱਕ ਬਿਆਨ ਦਿੱਤਾ ਸੀ ਵੀ ਕੁਛ ਉਹਨੇ ਬਹੁਤ ਭੱਦਾ ਕਮੈਂਟ ਕੀਤਾ ਸੀ ਤੇ ਬਾਅਦ ਵਿੱਚ ਆਪ ਉਹ ਖੁਦ ਉਹਦਾ ਸਟੈਂਡ ਨਹੀਂ ਗਾ, ਉਹ ਬੀਜੇਪੀ ਦੇ ਵਿੱਚ ਚਲਾ ਗਿਆ। ਠੀਕ ਹੈ, ਦੂਜੇ ਨੂੰ ਜਦੋਂ ਅਸੀਂ ਕਿਸੇ ਵੱਲ ਇੱਕ ਉਂਗਲੀ ਖੜੀ ਕਰਦੇ ਹਾਂ, ਸਿੱਧੀ ਕਰਦੇ ਤੇ ਤਿੰਨ ਸਾਡੇ ਵੱਲ ਆਉਂਦੀਆਂ। ਅੱਜ ਉਹਦਾ ਆਪ ਦਾ ਕੀ ਸੀ? ਆਪ ਕਿਉਂ ਚਲੇ ਗਿਆ? ਆਪਦੇ ਵੀ ਸਟੈਂਡ ਤੇ ਰਹਿਣਾ ਚਾਹੀਦਾ ਸੀ ਨਾ। ਪਰ ਇੱਥੇ ਸਾਡੇ ਸਮਾਜ ਨੂੰ ਚਾਹੀਦਾ ਕਿ ਇਹਨਾਂ ਦਾ ਬਾਈਕਾਟ ਕਰਨਾ। ਬਿਲਕੁਲ ਉਹਦਾ ਬਾਈਕਾਟ ਕਰਨਾ ਚਾਹੀਦਾ ਵਾ। ਹੁਣ ਉੱਥੇ ਜਾ ਕੇ ਵੀ ਉਹਨੇ ਐਸਸੀ ਵਰਗ ਦੀਆਂ ਵੋਟਾਂ ਲੈਣੀਆਂ, ਐਸਸੀ ਸਮਾਜ ਕਿਉਂ ਵੋਟਾਂ ਪਾਉਂਦਾ? ਉਹਨੂੰ ਯਾਦ ਕਰਾਉਣ ਵੀ ਭਾਈ ਤੂੰ ਤੇ ਸਾਨੂੰ ਇਸ ਤਰ੍ਹਾਂ ਕਿਹਾ ਸੀ। ਤੁਹਾਨੂੰ ਇੱਕ ਛੋਟੀ ਜਿਹੀ ਲਾਸਟ ਤੇ ਤੁਹਾਨੂੰ ਮੈਂ ਗੱਲ ਪੁੱਛੂੰਗਾ, ਤੁਸੀਂ ਕੀ ਚਾਹੁੰਦੇ ਜੀ ਕਿ ਅਸੀਂ ਸਮਾਜ ਨੂੰ ਕੁਝ ਮੈਸੇਜ ਦੇਣਾ ਕਿ ਜਿਸ ਤਰ੍ਹਾਂ ਸਾਡੇ ਨਾਲ ਇਹਨਾਂ ਨੇ ਵਿਤਕਰੇ ਹੋਣ ਦੇ ਕਾਬਲੀਅਤ ਦੱਸੀ ਜਾਂਦੀ ਆ ਤੇ ਸਾਡਾ ਕੋਈ ਸੀਐਮ ਬਣਾਇਆ 3 ਮਹੀਨੇ ਵਾਲੀ ਜਾਂ 4 ਮਹੀਨੇ ਵਾਲੀ ਤੇ ਉਹਦੇ ਬਾਰੇ ਗਲਤ ਕਮੈਂਟ ਕੀਤਾ ਜਾਂਦਾ ਤੇ ਮੁੜ ਐਸਸੀਆਂ ਕੋ ਵੋਟ ਮੰਗਣਾ ਤੇ ਐਸਸੀਆਂ ਨੂੰ ਕੀ ਜਵਾਬ ਦੇਣਾ ਚਾਹੀਦਾ? ਇੱਥੇ ਮੈਂ ਸਮੁੱਚੇ ਐਸਸੀ ਸਮਾਜ ਨੂੰ, ਗਰੀਬ ਸਮਾਜ ਨੂੰ ਮੈਂ ਗੱਲ ਕਰੂੰਗਾ, ਇਕੱਲੇ ਐਸਸੀ ਨੂੰ ਨਹੀਂ। ਕਮੈਂਟ ਐਸੀ ਸਮਾਜ ਤੋਂ ਕਮੈਂਟ ਤੇ ਐਸੀ ਤੇ ਹੋਇਆ ਵਾ, ਪਰ ਮੈਂ ਸਾਰੇ ਸਮੁੱਚਿਆਂ ਨੂੰ ਵੀ ਗੱਲ ਕਰੂੰਗਾ। ਦੇਖੋ ਗੱਲ ਪਤਾ ਕੀ ਆ ਕਿ ਇਹਨਾਂ ਨੂੰ ਵਾਕਿਆ ਇਹ ਜਵਾਬ ਦੇਣਾ ਚਾਹੀਦਾ ਵੀ ਤੁਸੀਂ ਸਾਰੀਆਂ ਪਾਰਟੀਆਂ ਨੇ ਕੀਤਾ ਵਾ। ਜੇ ਕਾਂਗਰਸ ਵੇਖ ਗਏ ਤੇ ਰਾਜੇ ਵੜਿੰਗ ਨੇ ਇਲੈਕਸ਼ਨ ਖਤਮ ਕਰਨ ਦੀ ਗੱਲ ਕੀਤੀ, ਉਹ ਮੇਰੇ ਕੋਲ ਕਟਿੰਗ ਪਈ ਆ, ਇਹਨਾਂ ਨੇ ਗੱਲ ਕੀਤੀ ਵੀ ਉਹ ਜਿਹੜਾ ਵਾ ਇਲੈਕਸ਼ਨ ਬੰਦ ਕੀਤਾ ਜਾਵੇਗਾ, ਕੋਈ ਉਹਨਾਂ ਨੇ ਵੀ ਇਹੋ ਜਿਹੀ ਗੱਲ ਕੀਤੀ। ਫਿਰ ਆਮ ਆਦਮੀ ਦੇ ਵਿੱਚ ਵੀ ਕਈ ਜਿਹੜੀਆਂ ਖਬਰਾਂ ਵਾਇਰਲ ਹੋਈਆਂ, ਇਸੇ ਤਰ੍ਹਾਂ ਬੀਜੇਪੀ ਦੀਆਂ ਵੀ ਹੋਈਆਂ, ਅਕਾਲੀ ਦਲ ਦੇ ਵਿੱਚ ਵੀ ਕਈ ਮੁੱਦੇ ਜਿਹੜੇ ਉੱਠੇ ਆ। ਮੈਂ ਇਹਨਾਂ ਨੂੰ ਇਹ ਗੱਲ ਕਰਨਾ ਚਾਹੁੰਦਾ ਕਿ ਤੁਹਾਨੂੰ ਸਿਰਫ ਔਰ ਸਿਰਫ ਛੋਟੀਆਂ ਛੋਟੀਆਂ ਸਹੂਲਤਾਂ ਦੇ ਬਾਰੇ ਲਾਰੇ ਲਾਏ ਜਾਂਦੇ ਨੇ, ਉਹ ਵੀ ਪ੍ਰਾਪਤ ਨਹੀਂ ਹੁੰਦੇ। ਤੁਸੀਂ ਜਿਹੜਾ ਹੀ ਇਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੱਕਣ ਵਾਸਤੇ ਗਰੀਬ ਨੂੰ ਨੈਸ਼ਨਲ ਰੂਰਲ ਐਮਪਲਾਇਮੈਂਟ ਗਰੰਟੀ ਐਕਟ 2005 ਦੇ ਵਿੱਚ ਨਰੇਗਾ ਬਣਾਇਆ ਗਿਆ, ਉਹਦਾ ਵੀ ਕਿੰਨੇ ਲੋਕਾਂ ਨੂੰ 100 ਦਿਨ ਦਾ ਕੰਮ ਮਿਲਿਆ? ਅਜੇ ਤੱਕ ਨਹੀਂ ਕੰਮ ਮਿਲਿਆ ਉਹਨਾਂ ਨੂੰ। ਜੇ ਨੈਸ਼ਨਲ ਫੂਡ ਸਿਕਿਉਰਿਟੀ ਐਕਟ 2013 ਬਣਾਇਆ ਵੀ ਇਹਨਾਂ ਨੂੰ ਕਣਕ ਦਿੱਤੀ ਜਾਊਗੀ, ਇਹ ਗਰੀਬੀ ਨੂੰ ਜੀਵਨ ਉੱਚਾ ਚੱਕਿਆ ਜਾਊਗਾ, ਉਹਦੇ ਵਿੱਚ ਵੀ ਤੁਸੀਂ ਕਿਸੇ ਵੀ ਜ਼ਿਲ੍ਹੇ ਦੇ ਕਿਸੇ ਵੀ ਪਿੰਡ ਦਾ ਰਿਕਾਰਡ ਲੈ ਲਓ, ਉਹ 'ਚ ਤੁਹਾਨੂੰ ਪਤਾ ਲੱਗ ਜੂਗਾ ਕਿ ਗਰੀਬ ਵਰਗ ਦੀ ਕਾਰਡ ਬਹੁਤ ਘੱਟ ਆ। ਫਿਰ ਇਸੇ ਤਰ੍ਹਾਂ ਹੀ ਨਹੀਂ ਆ ਹੋਰ ਵੀ ਕਈ ਸੁੱਖ ਸਹੂਲਤਾਂ ਵੱਲ ਨੂੰ ਚਲੇ ਜੋ PMAY ਯੋਜਨਾ ਤਹਿਤ ਲੋਕਾਂ ਦੇ ਘਰ ਬਣਨੇ ਸੀ, ਪਰ ਉਹ ਅੱਜ ਤੱਕ ਬਣੇ ਨਹੀਂ ਗਏ। ਕਿਸੇ ਨੇ ਨਾ ਮਤਾ ਪਾਇਆ, ਨਾ ਕਿਸੇ ਦਫ਼ਤਰ ਨੇ ਸਰਵਾ ਕੀਤਾ। 22 ਤੱਕ ਸਰਕਾਰ ਸਮੁੱਚੇ ਗਰੀਬ ਵਰਗ ਨੂੰ, ਐਸਸੀ ਵਰਗ ਨੂੰ ਖਾਸ ਕਰਕੇ ਇਹ ਬੇਨਤੀ ਕਰਦਾ ਕਿ ਆਪਣਾ ਘਰ ਬਣਾਓ, ਤਾਂ ਜਾ ਕੇ ਤੁਹਾਨੂੰ ਇਹ ਹੱਕ ਮਿਲਣਗੇ। ਨਹੀਂ ਤੇ ਤੁਸੀਂ ਇਸ ਤਰ੍ਹਾਂ ਰੋਂਦੇ ਰਹਿਣਾ। ਬਾਕੀ ਜਿਸ ਤਰ੍ਹਾਂ ਲਾਰੇ ਲਾਏ ਜਾਂਦੇ ਡਿਪਟੀ ਸੀਐਮ ਬਣਾ ਦਾਂਗੇ, ਫਲਾਨਾ ਬਣਾ ਦਾਂਗੇ। ਇੱਥੇ ਇੱਕ ਗੱਲ ਵੇਖੋ, ਜਦੋਂ ਤੁਹਾਡੇ MLA ਪੂਰੇ ਨਹੀਂ ਗਏ, ਜੇ 2 ਮਹੀਨੇ ਲਵਾ ਕੇ ਬਾਅਦ ਵਿੱਚ ਸਰਕਾਰ ਡੇ ਜਾਣਗੇ ਤੇ ਫਿਰ ਆਪਣੇ ਪਹਿਲੇ ਜੇ ਗਿਣਤੀ ਜ਼ਿਆਦੀ ਆ ਤੇ ਉੱਥੇ ਇਹ ਮੰਗ ਕਰੋ ਕਿ ਸਾਡੀਆਂ ਸੀਟਾਂ ਕਿਉਂ ਘੱਟ ਆ, ਸਾਨੂੰ ਉਹਨਾਂ MLA ਦੀਆਂ ਸੀਟਾਂ ਵੀ ਦਿੱਤੀਆਂ ਜਾਣ, ਆਪਣੇ ਉਹਨਾਂ ਸਾਨੂੰ ਹੱਕ ਦਿੱਤਾ ਜਾਵੇ, ਉਹਨਾਂ ਸੀਟਾਂ ਤੇ ਲੜਾਂਗੇ। ਤਾਂ ਕਰਕੇ ਜਦੋਂ ਬਹੁਮਤ ਦੇ ਵਿੱਚ ਆਓਗੇ ਆਪਣੇ ਹੱਕ ਲਓਗੇ, ਕਿਉਂਕਿ ਜਿੰਨਾ ਚਿਰ ਤੱਕ ਸੱਤਾ 'ਚ ਨਹੀਂ ਆਉਂਦੇ ਉਹਨਾਂ ਚਿਰ ਤੱਕ ਕੁਛ ਨਹੀਂ ਹਾਸਲ ਹੁੰਦਾ। ਇਹ ਡਾਕਟਰ ਅੰਬੇਦਕਰ ਸਾਹਿਬ ਨੇ ਕਿਹਾ ਵੀ ਇਹਦੇ ਵਾਸਤੇ ਜਿਹੜਾ ਇਲੈਕਸ਼ਨ, ਕਿਉਂ ਰਾਜਨੀਤੀ ਇੱਕ ਐਸੀ ਚਾਬੀ ਹੈ ਜੋ ਦੁਨੀਆ ਦੇ ਹਰ ਤਾਲੇ ਨੂੰ ਖੋਲ ਸਕਦੀ ਆ। ਗਰੀਬ ਵਰਗ ਦਾ ਜੀਵਨ ਪੱਧਰ ਉਦੋਂ ਹੀ ਚੁੱਕਿਆ ਜਾਏਗਾ, ਉਹਨੂੰ ਕੁਛ ਹਾਸਲ ਹੋਊਗਾ ਜਦੋਂ ਉਹ ਸੱਤਾ ਦੇ ਵਿੱਚ ਹੋਊਗਾ। ਨਹੀਂ ਤੇ ਕਿਤੇ ਵੀ ਇਹ ਲੋ ਗਰੀਬ ਵਰਗ ਦੀ ਜਿਹੜੀ ਆ ਉਹ ਆਵਾਜ਼ ਦੱਬਣ ਵਾਸਤੇ
ਕਈ ਤਰ੍ਹਾਂ ਦੀਆਂ ਉਹਨਾਂ ਨੇ ਚਾਲਾਂ ਖੋਲ੍ਹੀਆਂ ਜਾਂਦੀਆਂ। ਡਾਕਟਰ ਅੰਬੇਦਕਰ ਸਾਹਿਬ ਨੇ ਸੰਵਿਧਾਨ ਤਾਂ ਬਣਾਇਆ ਸੀ ਸਾਡੇ ਹੱਕ ਵਾਸਤੇ ਗਰੀਬ ਵਰਗ ਦੀ, ਪਰ ਅੱਜ ਉਸੇ ਸੰਵਿਧਾਨ ਨੂੰ ਸਾਡੇ ਵਿਰੋਧ ਦੇ ਵਿੱਚ ਯੂਜ਼ ਕੀਤਾ ਜਾ ਰਿਹਾ, ਕਾਨੂੰਨਾਂ ਨੂੰ ਵਿਰੋਧ 'ਚ ਯੂਜ਼ ਕੀਤਾ, ਨਜਾਇਜ਼ ਪਰਚੇ ਕਰਾ ਦਿਓ ਬਾਜ ਨੂੰ ਦਬਾਉਣ ਲਈ, ਜਾਂ ਮਤਲਬ ਹੋਰ ਐਲੀਗੇਸ਼ਨ ਲਾ ਕੇ ਇਹੋ ਘਰ ਕੀਤਾ ਜਾਂਦਾ। ਤੇ ਕਿਤੇ ਨਾ ਕਿਤੇ ਸਾਡੇ ਵਿੱਚ ਕਮੀ ਹੈਗੀ ਆ, ਤੇ ਐਸੀ ਵਰਗ ਨੂੰ ਇਹਦੀ ਬਹੁਤ ਜ਼ਰੂਰੀ ਸੋਚਣ ਦੀ ਲੋੜ ਆ ਕਿ ਇਹ ਕਿਵੇਂ ਨਾ ਕਿਵੇਂ ਅੱਗੇ ਵਧਣਾ। ਕਿ ਆਪਣੀ ਪਾਰਟੀ ਤਿਆਰ ਕਰਨ ਤੇ ਆਪਣੇ ਐਮਐਲਏ ਹੋਣ, ਆਪਣੇ ਐਮਐਲਏ ਹੋਣ, ਆਪਣੇ ਮੰਤਰੀ ਹੋਣ। ਬਿਲਕੁਲ ਇਹਨਾਂ ਨੂੰ ਕੋਈ ਪਾਰਟੀ ਜਿਹੜੀ ਆ ਚੁਣਨੀ ਚਾਹੀਦੀ ਆ, ਬਣਾਉਣੀ ਚਾਹੀਦੀ ਆ। ਇਹ ਹੁਣ ਤੁਸੀਂ ਕਹੋਗੇ ਵੀ ਪਹਿਲਾਂ ਪਾਰਟੀਆਂ ਹੈਗੀਆਂ, ਉਹਦੇ ਵਿੱਚ ਕਈ ਨਾਲ ਸਮਝੌਤਾ ਕਰ ਲੈਣਾ, ਜਾਂ ਉਹਨਾਂ ਨੇ ਕਦੀ ਆ ਕੇ ਪੰਜਾਬ 'ਚ ਗੱਲ ਕੀਤੀ ਆ? ਨਹੀਂ ਕੀਤੀ। ਸਾਨੂੰ ਪੰਜਾਬ ਦਾ ਹੀ ਕੋਈ ਮੋਹਤਵਰ ਜਾਣਕਾਰ ਜਿਹੜੇ ਬੰਦੇ ਸੁਲਝੇ ਹੋਏ ਆ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਵਾ। ਉਹ ਆ ਕੇ ਪਾਰਟੀ ਨੂੰ ਇੱਕ ਗਠਨ ਕਰਨ, ਫਿਰ ਬਾਅਦ ਵਿੱਚ ਉਹ ਆਪਣੇ ਭਾਈਚਾਰੇ ਨੂੰ ਨਾਲ ਲੈ ਕੇ ਚੱਲਣ, ਤਾਂ ਜੋ ਸਾਡੇ ਹੱਕ ਦੀ ਉੱਥੇ ਗੱਲ ਹੋਵੇ। ਹਾਂਜੀ, ਜਿਸ ਤਰ੍ਹਾਂ ਮੈਂ ਤੁਹਾਨੂੰ ਲਾਸਟ ਕਹਿ ਦਿੱਤਾ ਸੀਗਾ, ਲੇਕਿਨ ਛੋਟਾ ਜਿਹਾ ਸਵਾਲ ਫਿਰ ਮੇਰੇ ਦਿਮਾਗ 'ਚ ਇੱਕ ਆ ਗਿਆ, ਮਾफ़ ਕਰਨਾ ਭਾਈ ਪਰਮਜੀਤ ਸਿੰਘ ਜੀ। ਜਿਸ ਤਰ੍ਹਾਂ ਕਿ ਤੁਸੀਂ ਇਹ ਗੱਲ ਕਹੀ ਸੀ ਕਿ ਗਰੀਬਾਂ ਨੂੰ ਕੋਠੇ ਨਹੀਂ ਦਿੱਤੇ ਜਾਂਦੇ, ਗਰੀਬਾਂ ਦੀਆਂ ਛੱਤਾਂ ਡਿੱਗਣ ਵਾਲੀਆਂ, ਜਿੱਦਾਂ ਬਰਸਾਤ ਦਾ ਮੌਸਮ ਆ ਅਤੇ ਕਈ ਤਰ੍ਹਾਂ ਦਾ ਨੁਕਸਾਨ ਹੋ ਸਕਦਾ, ਪਰ ਜਦੋਂ ਐਸਸੀ ਕਮਿਸ਼ਨ ਬਣਾਇਆ ਜਾਂਦਾ ਉਹ ਗਰੀਬਾਂ ਵਾਸਤੇ ਬਣਾਇਆ ਜਾਂਦਾ। ਕੀ ਕਾਰਨ ਆ ਉਹ ਐਸਸੀ ਕਮਿਸ਼ਨ ਦਾ, ਕਿ ਉਹ ਐਸਸੀ ਕਮਿਸ਼ਨ ਕਿਉਂ ਨਹੀਂ ਇਹਨਾਂ ਮੰਗਾਂ ਨੂੰ ਲੈ ਕੇ ਤੁਰਦਾ? ਵੇਖੋ, ਇੱਕ ਸ਼ਾਇਰ ਲਿਖਦਾ, ਕਿਸਮਤ ਦਾ ਵਰਤਾਰਾ ਵੇਖੋ, ਸੱਪ ਖੇਡਦੇ ਮੋਰਾਂ ਨਾਲ, ਹੁਕਮਰਾਨ ਦੀ ਬੁਰਕੀ ਇੱਕ ਹੋ ਗਈ ਰਿਸ਼ਵਤ ਖੋਰਾਂ ਨਾਲ, ਕਿੱਥੇ ਜਾ ਕੇ ਰੋਈਏ ਰੱਬਾ, ਕੁੱਤੀ ਰਲ ਗਈ ਚੋਰਾਂ ਨਾਲ। ਮੈਂ ਇਹ ਗੱਲ ਕਹਿਣੀ ਨਹੀਂ ਚਾਹੁੰਦਾ, ਪਰ ਮੈਨੂੰ ਹੁਣ ਕਹਿਣੀ ਪਊਗੀ, ਤੁਸੀਂ ਸਵਾਲ ਖੜਾ ਕਰ ਦਿੱਤਾ। ਅੱਜ ਜਿਹੜੇ ਆ ਐਸਸੀ ਕਮਿਸ਼ਨ ਬਣਦੇ ਜ਼ਰੂਰ ਆ, ਪਰ ਗਰੀਬਾਂ ਨੂੰ ਨਿਆਂ ਕਿਤੇ ਨਹੀਂ ਮਿਲਿਆ, ਕਿਉਂਕਿ ਉਹ ਸਰਕਾਰਾਂ ਨੇ ਹੀ ਬਣਾਏ ਹੋਏ ਆ ਐਸਸੀ ਕਮਿਸ਼ਨ। ਉਹ ਵੀ ਉਸੇ ਹਿਸਾਬ ਦੇ ਨਾਲ ਹੀ ਚੱਲਦੇ ਆ। ਬੜੇ ਸਾਰੇ ਘਪਲੇ, ਬੜੇ ਸਾਰੇ ਧੱਕੇ ਗਰੀਬਾਂ ਦੇ ਨਾਲ ਹੋਏ ਆ। ਮੈਂ ਗਰਾਊਂਡ ਦੇ ਵਿੱਚ ਵਿਖਾਲ ਸਕਦਾ ਵਾਂ, ਪਰ ਉਹਨਾਂ ਨੂੰ ਕਿਤੇ ਨਿਆਂ ਨਹੀਂ ਮਿਲਿਆ, ਸਗੋਂ ਉਲਟਾ ਉਹ ਵਿਚਾਰੇ ਭੱਜ ਦੌੜ ਕਰਕੇ ਨਿਰਾਸ਼ ਹੋ ਕੇ ਬਹਿ ਗਏ ਨੇ। ਰਿਹਾ ਸਵਾਲ ਜਿਹੜੀਆਂ ਸੁੱਖ ਸਹੂਲਤਾਂ ਦਾ, ਇੱਕ ਐਸੀ ਡਿਵੈਲਪਮੈਂਟ ਕਾਰਪੋਰੇਸ਼ਨ ਦਫ਼ਤਰ ਆ ਆਪਣੇ ਦੇਸ਼ ਦੇ ਹਰ ਜ਼ਿਲ੍ਹੇ ਦੇ, ਹਰ ਸਟੇਟ ਦੇ, ਹਰ ਵਿੱਚ ਹੁੰਦਾ ਵਾ, ਸਟੇਟ ਤੇ ਜ਼ਿਲ੍ਹੇ ਦੇ ਵਿੱਚ। ਉੱਥੇ ਲੋਨ ਮਿਲਦੇ ਨੇ, ਪਰ ਬਹੁਤਿਆਂ ਨੂੰ ਉੱਥੋਂ ਪਤਾ ਹੀ ਨਹੀਂ ਗਾ, ਤੇ ਨਾ ਹੀ ਉੱਥੋਂ ਜੇ ਜਾਂਦੇ ਤੇ ਕਈ ਤਰ੍ਹਾਂ ਦੀਆਂ ਮੰਗਾਂ ਰੱਖੀਆਂ ਜਾਂਦੀਆਂ। ਜੇ ਐਸਸੀ ਕਮਿਸ਼ਨ ਇੰਨੇ ਸਤਰਕ ਹੁੰਦੇ ਤੇ ਉਹਨਾਂ ਵਾਸਤੇ ਦੂਜੀਆਂ ਰੱਖਦੇ ਵੀ ਇਹ ਕਿਉਂ ਨਹੀਂ ਇਹਨਾਂ ਲੋਨ ਮਿਲਦੇ। ਕਦੀ ਕੋਈ ਇਜਲਾਸ ਕਰਾਉਂਦੇ ਕਮਿਸ਼ਨ ਆ ਕੇ ਜ਼ਿਲ੍ਹਿਆਂ ਦੇ ਵਿੱਚ, ਪਹਿਲਾਂ ਦੱਸਦੇ ਵੀ ਆਪਣੀਆਂ ਮੰਗਾਂ ਰੱਖੋ, ਉਹਦੇ ਵਾਸਤੇ ਕੋਈ ਠੋਸ ਕਦਮ ਉਠਾਉਂਦੇ, ਪਰ ਉੱਥੇ ਐਸਾ ਕੁਝ ਵੀ ਨਹੀਂ ਹੋ ਗਿਆ। ਲੋਕਾਂ ਦੇ ਅੱਜ ਇੰਨੀ ਜ਼ਿਆਦਾ ਬੁਰੇ ਹਾਲਾਤ ਨੇ ਕਿ ਗੱਲ ਕਰਨ ਵਾਲੀ ਨਹੀਂ ਗੀ। ਬਹੁਤ ਜ਼ਿਆਦਾ ਬੁਰੇ ਹਾਲਾਤ ਬਣ ਚੁੱਕੇ ਨੇ, ਪਰ ਉਹਨਾਂ ਨੂੰ ਕੁਛ ਪ੍ਰਾਪਤ ਨਹੀਂ ਹੋਇਆ। ਤੇ ਐਸਸੀ ਕਮਿਸ਼ਨ ਬਣੇ ਜ਼ਰੂਰ ਆ, ਚਲੋ ਬਹੁਤ ਵਧੀਆ ਗੱਲ ਆ, ਪਰ ਨਹੀਂ, ਉਹਨਾਂ ਦਾ ਕੋਈ ਬਹੁਤਾ ਬੈਨੀਫਿਟ ਨਹੀਂ ਹੈਗਾ। ਤੁਹਾਨੂੰ ਕੀ ਲੱਗਦਾ ਕਿ ਕਦੀ ਕੋਈ ਮਸੀਹਾ ਆਊਗਾ ਜਿਹੜਾ ਕਿ ਐਸਸੀ ਵਰਗ ਦੀ ਵੀ ਸਾਰ ਲਊਗਾ, ਉਹਨਾਂ ਦੀ ਇਸ ਮਸਲੇ ਨੂੰ ਹੱਲ ਕਰਾਏਗਾ, ਜਿਹੜੀਆਂ ਇਹਨਾਂ ਦੀਆਂ ਸਹੂਲਤਾਂ ਇਹਨਾਂ ਨੂੰ ਦਿਵਾਏਗਾ? ਬਿਲਕੁਲ। ਵੇਖੋ ਜੀ, ਇਹ ਕੋਈ ਪਤਾ ਨਹੀਂ ਗਾ ਵੀ ਕਿੱਥੋਂ ਕੌਣ ਖੜਾ ਹੋ ਜਾਵੇ। ਜਿਵੇਂ ਕਿ ਮੈਂ ਪਹਿਲਾਂ ਹੀ ਗੱਲ ਕੀਤੀ, ਕੋਈ ਜ਼ਰੂਰੀ ਨਹੀਂ ਕਿ ਕੋਈ ਐਸੀ ਸਮਾਜ ਦਾ ਹੀ ਉੱਠ ਕੇ ਭਲਾ ਕਰੂਗਾ। ਬਹੁਤ ਸਾਰੇ ਜਿਹੜੇ ਆ ਉਹ ਦੂਜੀਆਂ ਬਰਾਦਰੀਆਂ ਦੇ ਵਿੱਚ, ਦੂਜੇ ਜਨਰਲ ਵਰਗ ਦੇ ਵਿੱਚ ਵੀ ਐਸੇ ਲੋਕ ਪਏ ਨੇ ਜਿਹੜੇ ਵਾਕਿਆ ਮਾਨਵਤਾ ਨੂੰ ਸਮਝਦੇ ਨੇ, ਦਰਦ ਨੂੰ ਸਮਝਦੇ ਨੇ ਵੀ ਕੀ ਇਹਨਾਂ ਨਾਲ ਧੱਕਾ ਹੋਣ ਡਿਆ। ਉਹਨਾਂ 'ਚ ਵੀ ਕੋਈ ਖੜਾ ਹੋ ਸਕਦਾ, ਤੇ ਬਾਕੀ ਜੇ ਨਹੀਂ ਆ ਤੇ ਐਸੀ ਭਾਈਚਾਰੇ ਨੂੰ ਦੇ ਵਿੱਚੋਂ ਕੋਈ ਨਾ ਕੋਈ ਜਿਹੜਾ ਜ਼ਰੂਰ ਐਸੇ ਉਪਰਾਲੇ ਕਰਨੇ ਚਾਹੀਦੇ ਆ ਵੀ ਤਾਂ ਜੋ ਗਰੀਬੀ ਜੀਵਨ ਨੂੰ ਚੁੱਕਿਆ ਜਾਵੇ। ਉਹਨਾਂ ਦੀਆਂ ਮੰਗਾਂ ਨੂੰ, ਉਹਨਾਂ ਦੀਆਂ ਜ਼ਰੂਰਤਾਂ ਨੂੰ ਜਿਹੜਾ ਵਾ ਉਹ ਸਰਕਾਰ ਮੂਹਰੇ ਤੇ ਸਰਕਾਰੀ ਦਰਬਾਰੇ, ਸਰਕਾਰੀ ਦਫ਼ਤਰਾਂ ਦੇ ਉੱਚ ਅਧਿਕਾਰੀਆਂ ਦੇ, ਕਰਮਚਾਰੀਆਂ ਦੇ ਧਿਆਨ ਦੇ ਵਿੱਚ ਲਿਆਂਦਾ ਜਾਵੇ। ਕਿਉਂਕਿ ਫਿਰ ਗੱਲ ਉੱਥੇ ਆ ਜਾਂਦੀ ਆ, ਜਦੋਂ ਪਿੰਡਾਂ ਦੇ ਵਿੱਚ ਵਿਚਰ ਗਏ ਤੇ ਕਈਆਂ ਵੱਲ ਵੇਖ ਕੇ ਰੋਣ ਆਉਂਦਾ ਵਾ। ਕਈ ਲਾਜ ਤੋਂ ਬੈਠੇ ਹੋਏ ਨੇ, ਕਈਆਂ ਨੂੰ ਵਿਚਾਰਿਆਂ ਨੇ ਇੱਕ ਟਾਈਮ ਦੀ ਰੋਟੀ ਦਾ ਆਸਰਾ ਨਹੀਂ ਗਾ, ਉਹਨਾਂ ਦੀ ਕੋਈ ਗੱਲ ਨਹੀਂ ਗਾ ਕਰਦਾ, ਅੱਜ ਕੋਈ ਸਾਰ ਲੈਣ ਵਾਲਾ ਨਹੀਂ ਗਾ। ਉਹਨਾਂ ਦੇ ਬਹੁਤ ਬੁਰੇ ਹਾਲਾਤ ਬਣ ਚੁੱਕੇ ਨੇ। ਮੈਂ ਸਭ ਤੋਂ ਇੱਕ ਸਿੱਖ ਹੋਣ ਦੇ ਨਾਤੇ ਜ਼ਰੂਰ ਅਪੀਲ ਕਰੂੰਗਾ ਕਿ ਅਸੀਂ ਸਿੱਖ ਹਾਂ, ਅਤੇ ਸਾਡਾ ਪਹਿਲਾਂ ਮਾਨਵਤਾ ਫਰਜ਼ ਬਣਦਾ
ਕਿ ਅਸੀਂ ਕਿਸੇ ਦੀ ਬਾਂਹ ਫੜੀਏ, ਕਿਸੇ ਦਾ ਜੀਵਨ ਪੱਧਰ ਉੱਚਾ ਚੱਕ ਦਈਏ ਜਾਂ ਕਿਸੇ ਦੀ ਕੋਈ ਹੈਲਪ ਕਰ ਸਕੀਏ। ਪਰ ਇੱਥੇ ਤੇ ਸਿਰਫ ਔਰ ਸਿਰਫ ਰਾਜਨੀਤੀ ਦੀ ਭੇਟ ਚੜ੍ਹ ਗਿਆ ਵਾ ਕਿ ਪਾਰਟੀਬਾਜ਼ੀ ਦੇ ਹਿਸਾਬ ਦੇ ਨਾਲ ਕੰਮ ਹੋਣਾ। ਮੈਂ ਤੇ ਐਸੇ ਵੀ ਲੋਕ ਵੇਖੇ ਜਿਹੜੇ ਜਾਂ ਹੁਣ ਤੇ ਪੈਨਸ਼ਨ ਵੱਧ ਗਈ ਆ, ਜਿਹੜੇ 250-250 ਰੁਪਈਆ ਕਟਾ ਕੇ ਨਾ ਗਰੀਬ ਦਾ ਤੇ ਬੜਾ ਸੰਤੁਸ਼ਟੀ ਮੰਨਦੇ ਕਿ ਵਾਕਿਆ ਮੈਂ ਬਹੁਤ ਵੱਡੀ ਕੰਮ ਕਰਕੇ ਆ ਗਿਆ ਵੀ ਅੱਜ ਮੈਂ ਪੈਨਸ਼ਨ ਫਲਾਣੇ ਦੀ ਕਟਾਤੀ। ਇਸੇ ਤਰ੍ਹਾਂ ਹੀ ਕਣਕ ਵਾਲੇ ਕਾਰਡ ਜਿਹੜੇ ਆ ਕਰੋਨਾ ਦੇ ਵਿੱਚ ਜਿੱਥੇ ਸਰਕਾਰਾਂ ਚਲਾ ਰਹੀਆਂ ਸੀ ਕਿ ਗਰੀਬ ਕਲਿਆਣ ਯੋਜਨਾ, ਗਰੀਬ ਕਲਿਆਣ ਅੰਨ ਯੋਜਨਾ, ਵੀ ਕੋਈ ਗਰੀਬ ਭੁੱਖਾ ਨਾ ਰਹੇ, ਉੱਥੇ ਕਿੱਟਾਂ 'ਚ ਕੀੜੇ ਪੈ ਗਏ, ਉਹ ਵੰਡਿਆ ਨਹੀਂ ਗਈਆਂ ਗਰੀਬਾਂ ਨੂੰ। ਉੱਥੇ ਹੀ 2019 ਦੇ ਵਿੱਚ ਰੀਵੈਰੀਫਿਕੇਸ਼ਨ ਬਣਨੀ ਸੀ ਅਤੇ ਉਹਦੇ ਵਿੱਚ ਚੱਲਣਾ ਹੈ। ਉੱਥੇ ਕਰੋਨਾ ਦੌਰਾਨ ਜਿਹੜੇ ਲੋਕਾਂ ਦੇ ਕਾਰਡ ਗਰੀਬਾਂ ਦੇ ਕੱਟ ਦਿੱਤੇ ਗਏ, ਉਹ ਅੱਜ ਵੀ ਰੋਂਦੇ ਫਿਰਦੇ, ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਗਾ ਵੀ ਕੀ ਹੋਇਆ ਕੀ ਨਹੀਂ। ਸਿਰਫ ਉਹਨਾਂ ਜੋ ਉਹ ਵਿਚਾਰੇ ਕਈ ਭੱਠੇ ਦੇ ਕੰਮ ਕਰਦੇ ਨੇ, ਕਈ ਜਿਹੜੇ ਆ ਉਹ ਦੂਜੇ ਕਰਦੇ ਨੇ, ਮਜ਼ਦੂਰੀ ਕਰਨ ਰਹੇ ਨੇ, ਕਈ ਆਮ ਕੋਈ ਆਪਣਾ ਜੀਵਨ ਕਰ ਰਹੇ ਨੇ, ਉਹਨਾਂ ਨੂੰ ਕੋਈ ਨੇ ਕੁਛ ਨਹੀਂ ਪੁੱਛਿਆ ਵੀ ਕੀ ਆ ਕੀ ਨਹੀਂ। ਸਾਨੂੰ ਗਰੀਬ ਵਰਗ ਦੇ ਵੱਲ ਧਿਆਨ ਦੇਣ ਦੀ ਲੋੜ ਆ, ਤਾਂ ਜੋ ਦੇਖੋ ਉਹ ਵੋਟ ਵੀ ਪਾਉਂਦੇ ਗਰੀਬ, ਅਤੇ ਜੇ ਇਹਨੂੰ ਕੋਈ ਕਹਿ ਦਿੰਦਾ ਉਹ ਨਹੀਂ ਲੱਗ ਜਾਂਦਾ, ਅਤੇ ਇਹਦਾ ਕਰਕੇ ਉਹਨਾਂ ਦੀ ਕਰਨੇ ਗਰੀਬ ਤੋਂ ਮੈਂ ਬੇਨਤੀ ਕਰਦਾ, ਇਕੱਲਾ ਗਰੀਬ ਇੱਕ ਹੀ ਜਾਤ ਜਾਂ ਇੱਕ ਸਮਾਜ ਜਾਂ ਇੱਕ ਦੂਜਾ ਨਹੀਂ ਆ। ਅੱਜ ਜੱਟ ਭਾਈਚਾਰੇ 'ਚ ਬਹੁਤ ਸਾਰੇ ਲੋਕ ਜਿਹੜੇ ਦਿਹਾੜੀਆਂ ਕਰਨ ਰਹੇ ਨੇ, ਬਹੁਤ ਬੁਰੇ ਹਾਲਾਤ ਨੇ ਉਹਨਾਂ ਨੂੰ ਵੀ ਮੈਂ ਰੋਂਦਿਆਂ ਵੇਖਿਆ ਵਾ। ਜਿਹੜੇ ਕਰਲਾ ਰਹੇ ਨੇ ਉਹਨਾਂ ਨੇ ਕਿਸੇ ਨੇ ਪੁੱਛਿਆ ਵੀ ਕੀ ਆ ਕੀ ਨਹੀਂ, ਉਹਨਾਂ ਦੀ ਗੱਲ ਨਹੀਂ ਕਿਸੇ ਨੇ ਕੀਤੀ। ਗਰੀਬ ਵਾਸਤੇ ਜਿਹੜੀ ਆ ਉਹ ਗੱਲ ਕਰਨੀ ਚਾਹੀਦੀ ਆ। ਇਹ ਸਨ ਜੀ ਭਾਈ ਪਰਮਜੀਤ ਸਿੰਘ ਜੀ, ਜਿਨ੍ਹਾਂ ਨੇ ਕਿ ਦੱਸਿਆ ਹੈ ਕਿ ਕਈ ਸਹੂਲਤਾਂ ਹੈ ਜਿਹੜਾ ਅਜੇ ਤੱਕ ਐਸੀ ਵਰਗ ਨੂੰ ਪਤਾ ਹੀ ਨਹੀਂ, ਅਤੇ ਨਾ ਹੀ ਇਹ ਉਹਨਾਂ ਨੂੰ ਦੱਸਣੀਆਂ ਚਾਹੁੰਦੇ ਨੇ ਕਿ ਕੀ ਸਹੂਲਤਾਂ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ। ਕੀ ਕਾਰਨ ਨੇ, ਕਿਉਂ ਨਹੀਂ ਦੱਸਣਾ ਚਾਹੁੰਦੀਆਂ ਸਰਕਾਰਾਂ, ਇਹਦੇ ਬਾਰੇ ਤਾਂ ਹੁਣ ਸਰਕਾਰ ਹੀ ਜਾਣਦੀ ਹੈ। ਕਿਉਂਕਿ ਜਦੋਂ ਵੀ ਸਰਕਾਰਾਂ ਆਈਆਂ ਵੋਟ ਲੈਣ ਲਈ, ਉਹਨਾਂ ਵੋਟ ਬੈਂਕ ਆਪਣਾ ਭਰਨ ਲਈ ਉਹਨਾਂ ਨੇ ਬੜੇ ਵਾਅਦੇ ਕੀਤੇ, ਬੜੇ ਦਾਅਵੇ ਕੀਤੇ, ਲੇਕਿਨ ਕਿੰਨੇ ਪੂਰੇ ਰਹੇ, ਕਿੰਨੇ ਰਹੇ ਅਧੂਰੇ, ਇਹ ਤਾਂ ਹੁਣ ਆਮ ਜਨਤਾ ਜਾਣਦੀ ਹੈ। ਸਾਡੇ ਚੈਨਲ ਦਾ ਇੱਕੋ ਹੀ ਮਕਸਦ ਹੈ ਕਿ ਤੁਹਾਨੂੰ ਸੱਚਾਈ ਦਿਖਾਉਣੀ, ਸੱਚ ਸਾਹਮਣੇ ਲਿਆਉਣਾ। ਜੇਕਰ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਸਾਡੇ ਚੈਨਲ ਦੇ ਉੱਤੇ ਜਾਤੀ ਧਰਮ ਦੇ ਨਾਂ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਟਿੱਪਣੀ ਨਹੀਂ ਕੀਤੀ ਜਾਂਦੀ। ਹੱਥ ਜੋੜ ਕੇ ਬੇਨਤੀ ਹੈ, ਜੇਕਰ ਕੋਈ ਵੀ ਸਾਡੇ ਚੈਨਲ ਨੂੰ ਆਪਣਾ ਸੁਝਾਅ ਦੇਣਾ ਚਾਹੁੰਦਾ ਜਾਂ ਕੋਈ ਬੋਲਣਾ ਚਾਹੁੰਦਾ, ਗੱਲ ਕਰਨੀ ਚਾਹੁੰਦਾ, ਇੰਟਰਵਿਊ ਦੇਣੀ ਚਾਹੁੰਦਾ, ਬਿਲਕੁਲ ਫ੍ਰੀ ਹੈ। ਕਿਸੇ ਕੋ ਕਿਸੇ ਤਰ੍ਹਾਂ ਦਾ ਵੀ ਕੋਈ ਚਾਰਜਸ ਨਹੀਂ ਲਿਆ ਜਾਂਦਾ। ਅਤੇ ਜੇਕਰ ਸਾਡੇ ਉਪਰਾਲੇ ਸਾਡੇ ਦਰਸ਼ਕਾਂ ਨੂੰ ਚੰਗੇ ਲੱਗਦੇ ਨੇ, ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਜ਼ਰੂਰ ਕਰ ਦੇਣ, ਅਤੇ ਕੋਈ ਵੀ ਸੁਝਾਅ ਦੇਣਾ ਸਾਡੇ ਕਮੈਂਟ ਬਾਕਸ 'ਚ ਦੇ ਸਕਦੇ ਨੇ। ਤਰਨ ਤਾਰਨ ਤੋਂ GDS ਪੰਜਾਬ ਨਿਊਜ਼ ਲਈ ਨਿਸ਼ਾਨ ਸਹੋਤਾ ਦੀ ਇਹ ਰਿਪੋਰਟ।